ਸਤਨਾਮ ਵਾਹਿਗੁਰੂ ਸਾਹਿਬ ਜੀ। ਕਈ ਜਨਮ ਪਹੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹੋਰੇ ਭਾਈ। ਨਿਗਮ ਹੁਸ਼ਿਆਰ ਪਹਰੂਆ, ਦੇਖਤ ਜਮ ਲੈ ਜਾਈ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸੁਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ। ਆਪਦਾ ਪਈ ਬਤੀਤ, ਬੇਸੁਮਾਰ ਅਥਾਹ ਅਗਨਤ ਤੋਲੇ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਪਾਛੈ ਕਛੂ ਨ ਹੋਏਗਾ, ਜੋ ਸਿਰ ਪਰ ਆਵੈ ਕਾਲ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਹੋਈ ਲਾਖ। ਦੀਸੈ ਚੰਚਲ ਬਹੁ ਗੁਣਾ, ਮਤਹੀਨਾ ਨਾਪਾਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਰਾਜਾਨ ਰਾਜ ਪਾਨਹਨ ਭਾਨ। ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ, ਦੀਨਾਨਾਥ ਦੀਨ ਬੰਧੂ ਦੀਨ ਪ੍ਰਤਪਾਲਕ, ਦੀਨ ਦਰਦ ਨਿਵਾਰਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ
ਜਿਨ੍ਹਾਂ ਦੀ ਅਪਾਰ ਰਹਿਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜਨ ਦਾ, ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਉਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ। ਜੀ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਸ਼ੁਭ ਯਤਨ ਕਰ ਰਹੇ ਸੀ। ਸਤਿਗੁਰੂ ਕੀ ਕਿਰਪਾ ਸਦਕਾ ਜਿੱਥੇ ਆਪ ਜੀ ਕੀਰਤਨ ਦੁਆਰਾ ਅੰਮ੍ਰਿਤ ਰਸ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਦੇ ਹੋ, ਉੱਥੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੇ ਦੁਆਰਾ ਆਪਣੇ ਜੀਵਨ ਦੇ ਸਾਰੇ ਗਿਆਨ ਦੇ ਪੱਖਾਂ ਨੂੰ ਰੌਸ਼ਨ ਕਰਨ ਦਾ, ਘੜਨ ਦਾ ਅਤੇ ਉਹਦਾ ਉੱਚਤਮ ਵਿਕਾਸ ਕਰਨ ਦਾ ਯਤਨ ਕਰਦੇ। ਇਸ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਲੜੀਵਾਰ ਵਿਚਾਰ ਦੇ ਅੰਤਰਗਤ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਇੱਕ ਅਕਾਲ ਪੁਰਖ ਦੀ ਸਰਵ ਵਿਆਪਕ ਹੋਂਦ ਨੂੰ ਜਾਣ ਕੇ ਉਹਦੇ ਸਭ ਤੋਂ ਪਹਿਲਾਂ ਉਹਦੀ ਸਰਵ ਵਿਆਪਕ ਹੋਂਦ ਨੂੰ ਜਾਣਨਾ। ਸਰਵ ਵਿਆਪਕ ਦਾ ਭਾਵ ਕਿ ਹਰੇਕ ਜ਼ਰਰੇ ਵਿੱਚ ਉਹਦਾ ਨੂਰ ਹੈ, ਹਰੇਕ ਮੂਰਤ ਅੰਦਰ ਉਹਦੀ ਪਰਮ ਜੋਤ ਦਾ, ਪਰਮ ਸਰੂਪ ਦਾ ਪ੍ਰਕਾਸ਼ ਹੈ। ਇਸ ਗੱਲ ਦੇ ਭੇਦ ਨੂੰ ਜਾਣ ਕੇ ਪ੍ਰਭੂ ਦੇ ਨਾਲ ਅਸੀਮ ਗੁਣਾਂ ਦੀ ਗਿਆਨ ਰੂਪ ਸਾਂਝ ਪਾਉਣੀ, ਫਿਰ ਉਹਨਾਂ ਅਸੀਮ ਗੁਣਾਂ ਨੂੰ ਆਪਣੀ ਭਗਤੀ ਦਾ, ਬੰਦਗੀ ਦਾ ਮਰਕਜ਼ ਬਣਾ ਕੇ ਅਤੇ ਅੰਤਮ ਪ੍ਰਭੂ ਦੇ ਵਿੱਚ ਅਭੇਦ ਹੋਣਾ, ਇਹ ਸਾਡੀ ਅਧਿਆਤਮਿਕਤਾ ਦੀ ਜਿਹੜੀ ਮੁੱਖ ਕੇਂਦਰ ਹੈ, ਮੁੱਖ ਮਨੋਰਥ ਹੈ। ਅਤੇ ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਇਸ ਭਾਵ ਨੂੰ ਦ੍ਰਿੜ ਕਰਨ ਦੇ ਲਈ ਸੁਚੇਤ ਕੀਤਾ ਸੀ ਕਿ ਮਨ ਹਠ ਕਰਮ ਬਿਨਾਂ ਅਰਥ ਤੀਰਥਾਂ ਦੀ ਯਾਤਰਾ, ਕਿਸੇ ਪ੍ਰਕਾਰ ਮੂਰਤੀ ਪੂਜ ਆਦਿਕ ਦੇ ਜਿਹੜੇ ਕਰਮ ਹਨ, ਇਹਨਾਂ ਸਾਰਿਆਂ ਦਾ ਨਿਸ਼ੇਧ ਕਰਕੇ ਕੇਵਲ ਸ਼ਬਦ ਸੁਰਤ ਦੀ ਸਾਧਨਾ ਦੇ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਇਸ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ। ਦੁਨੀਆ ਦਾ ਕੋਈ ਵੀ ਮਨੁੱਖ, ਚਾਹੇ ਉਹ ਪੜ੍ਹਿਆ ਹੈ ਚਾਹੇ ਨਹੀਂ ਪੜ੍ਹਿਆ ਹੈ, ਕੋਈ ਅਮੀਰ ਹੈ ਕੋਈ ਗਰੀਬ ਹੈ, ਸਾਰਿਆਂ ਨੂੰ ਜੀਵਨ ਦਾ ਇੱਕ ਸਮਾਨ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਰਿਆਂ ਦੇ ਕੋਲ, ਜੇ ਅਮੀਰ ਦੇ ਕੋਲ ਉਹ ਧਨ ਹੈ ਤਾਂ ਗਰੀਬ ਦੇ ਕੋਲ ਨਹੀਂ ਹੈ, ਤਾਂ ਇਹਦਾ ਭਾਵ ਨਹੀਂ ਕਿ ਉਹ ਕਿਸੇ ਨੁਕਤੇ 'ਤੇ ਜਾ ਕੇ ਬਰਾਬਰ ਨਹੀਂ ਹਨ। ਜਿਹੜਾ ਸਮੇਂ ਦਾ ਇੱਕ ਨਿਸ਼ਚਿਤ ਮੌਕਾ, ਇੱਕ ਨਿਸ਼ਚਿਤ ਅਵਧੀ ਮਿਲੀ ਹੋਈ ਹੈ, ਉਹ ਸਾਰਿਆਂ ਲਈ ਬਰਾਬਰ ਹੈ। ਜਿੰਨੇ ਪ੍ਰਾਣ ਇੱਕ ਅਮੀਰ ਦੇ ਲਈ, ਗਿਆਨੀ ਦੇ ਲਈ ਕੀਮਤੀ ਹਨ, ਓਨੇ ਹੀ ਇੱਕ ਗਰੀਬ ਦੇ ਲਈ, ਅਗਿਆਨੀ ਦੇ ਲਈ ਵੀ ਕੀਮਤੀ ਹਨ, ਓਨੇ ਹੀ ਅਰਥ ਰੱਖਦੇ ਹਨ। ਅਰਥਾਂ ਦੇ ਵਿੱਚ ਜਾਂ ਮਹੱਤਤਾ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਦੇ ਹਨ ਕਿ ਮਨੁੱਖ ਜਦ ਆਪਣਾ ਜੀਵਨ ਜਿਉਂਦਾ ਹੈ, ਜੀਵਨ ਦੇ ਵਿੱਚ ਜੋ ਕੁਝ ਆਪਣੇ ਯਤਨ ਦੇ ਨਾਲ ਪ੍ਰਾਪਤ ਕਰਦਾ ਹੈ ਜਾਂ ਪ੍ਰਾਲਬਧ ਕਰਕੇ ਜੋ ਪ੍ਰਾਪਤ ਹੁੰਦਾ ਜਾਂਦਾ ਹੈ, ਮਨੁੱਖ ਉਹਦਾ ਧੰਨਵਾਦ ਕਰਦਾ ਜਾਂ ਉਹਨੂੰ ਉੱਤਮ ਗਿਣਦਾ ਹੈ। ਪਰ ਜਿਹੜਾ ਉਹਨੂੰ ਅਸਲ ਜੀਵਨ ਦੀ ਸ਼ੈ ਜਾਂ ਅਸਲ ਜੀਵਨ ਦਾ ਅਮੀਰੀ ਵਾਲਾ ਨੁਕਤਾ ਮਿਲਿਆ ਹੁੰਦਾ ਹੈ, ਉਸ ਨੂੰ ਚੇਤੇ ਨਹੀਂ ਕਰਦਾ, ਉਸ ਦਾ ਬਹੁਤਾ ਖਿਆਲ ਨਹੀਂ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਦੇ ਅਜਿਹਾ ਨਾ ਖਿਆਲ ਕਰਨ ਵਾਲੇ ਮਨੁੱਖ
ਸਮੇਂ ਦੇ ਮਹੱਤਵ ਨੂੰ, ਪ੍ਰਾਣਾਂ ਦੀ ਅਮੋਲਕਤਾ ਨੂੰ ਅਤੇ ਦੇਹ ਦੇ ਮਿਲੇ ਹੋਏ ਦੁਰਲੱਭ ਅਵਸਰ ਦੀ ਜਿਹੜੀ ਪ੍ਰਾਪਤੀ ਹੈ ਉਹਨੂੰ ਉਦੋਂ ਹੀ ਚੇਤੇ ਕਰਦੇ ਨੇ ਜੋ ਅੰਤਮ ਸਮੇਂ ਕਾਲ ਦੀ ਮਾਰ ਜੀਵ ਦੇ ਸਿਰ ਉੱਪਰ ਮੰਡਰਾਉਂਦੀ ਹੈ। ਉਸ ਤੋਂ ਪਹਿਲਾਂ ਅਚੇਤ ਸਮੁੱਚਾ ਜੀਵਨ ਬਤੀਤ ਕਰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਚੇਤਨ ਕਰਦੇ ਹਨ। ਅਸੀਂ ਆਮ ਕਰਕੇ ਆਪਣਾ ਸਮਾਜਿਕ ਵਿਵਹਾਰ ਹੈ ਉਹਦੇ ਵਿੱਚ ਆਖਦੇ ਹਾਂ ਕਿ ਅੱਜ ਦਾ ਕੰਮ ਕੱਲ੍ਹ 'ਤੇ ਨਾ ਪਾਵੋ, ਕਿਉਂਕਿ ਕੱਲ੍ਹ ਇੱਕ ਅਜਿਹੀ ਚੀਜ਼ ਹੈ ਜਿਹੜਾ ਕਦੀ ਨਹੀਂ ਆਉਂਦਾ। ਅਤੇ ਇਸ ਕਰਕੇ ਪੱਛਮ ਵਾਲਿਆਂ ਦਾ ਇੱਕ ਨੁਕਤਾ ਹੈ ਕਿ ਜਿਹੜੇ ਬੰਦੇ ਕੁਝ ਨਾ ਕਰ ਸਕਣ ਦੀ ਸਮਰੱਥਾ ਵਾਲੇ ਸਨ, ਜਿਨ੍ਹਾਂ ਦੇ ਜੀਵਨ 'ਚ ਕੁਝ ਨਾ ਕਰਨ ਦੀ ਚਾਹਤ ਸੀ ਅਤੇ ਨਲਾਇਕ ਕਿਸਮ ਦੇ ਸਨ, ਉਹਨਾਂ ਨੇ ਕੱਲ੍ਹ ਸ਼ਬਦ ਘੜਿਆ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਅਗਰ ਪ੍ਰਭੂ ਮਾਰਗ ਵਾਲੇ ਪਾਸੇ ਚੱਲਣਾ ਹੈ, ਜੇ ਆਪਣੇ ਜੀਵਨ ਦੇ ਪਰਮ ਅਰਥਾਂ ਦੀ ਤਲਾਸ਼ ਕਰਨੀ ਹੈ ਅਤੇ ਇਸ ਯਤਨ ਦੀ ਜੇ ਤੈਨੂੰ ਸੂਝ ਜ਼ਿੰਦਗੀ ਦੇ ਕਿਸੇ ਵੀ ਸਮੇਂ 'ਤੇ ਪ੍ਰਾਪਤ ਹੋ ਗਈ, ਕਿਸੇ ਵੀ ਮੁਕਾਮ 'ਤੇ ਪ੍ਰਾਪਤ ਹੋ ਗਈ ਹੈ, ਕਿਸੇ ਵੀ ਅਵਸਥਾ ਦੇ ਵਿੱਚ ਜੀਵਨ ਦੇ ਮਨੋਰਥ ਦੀ ਭਾਲ ਦਾ ਜਾਂ ਜੀਵਨ ਦੇ ਮਨੋਰਥ ਦਾ ਪਤਾ ਲੱਗ ਗਿਆ ਹੈ, ਤਾਂ ਉਸ ਦਾ ਪਤਾ ਲੱਗਣ ਲੱਗਿਆਂ, ਉਸ ਦੀ ਪਤਾ ਲੱਗਣ ਤੋਂ ਬਾਅਦ, ਉਹਦਾ ਗਿਆਨ ਹੋਣ ਤੋਂ ਬਾਅਦ ਉਹਨੂੰ ਜਿਹੜਾ ਅਮਲ ਦੇ ਵਿੱਚ ਦ੍ਰਿੜ ਕਰਨਾ ਹੈ ਉਹਦੀ ਤਰਫ ਦੇਰੀ ਨਹੀਂ ਲਗਾਉਣੀ ਚਾਹੀਦੀ। ਇਸ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਬੀਰ ਕਾਲ ਕਰੰਤਾ। ਅਕਸਰ ਜਦੋਂ ਵੀ ਕੋਈ ਧਰਮ ਦਾ ਉੱਤਮ ਕੰਮ ਕਿਹਾ ਜਾਂਦਾ ਹੈ ਉਹਨੂੰ ਕੱਲ੍ਹ ਤੋਂ ਆਰੰਭ ਕਰਨ ਦਾ ਯਤਨ ਕਰਦਾ ਹੈ ਜਾਂ ਇਸ ਤਰ੍ਹਾਂ ਦਾ ਬਾਰ-ਬਾਰ ਆਖਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਅਣਜਾਣ ਪੁਣਾ ਨਾ ਕਰ ਅਬਹੇ ਕਰ। ਹੁਣ ਸਮਝ ਆਈ ਹੈ, ਹੁਣ ਉਸ ਗੱਲ ਦੀ ਮਾਲੂਮ ਹੋਈ ਹੈ ਕੀ ਭਾਵ ਹੈ, ਹੁਣ ਤੋਂ ਹੀ ਯਤਨ ਸ਼ੁਰੂ ਕਰ। ਅਬ ਕਰਤਾ ਸੋਏ ਤਾਲ, ਹੁਣ ਦੀ ਬਜਾਏ ਇਸੇ ਹੀ ਪਲ ਤੋਂ, ਜਿਵੇਂ ਹੁਣ ਦੇ ਵਿੱਚ ਕਹਿਣਾ ਹੋਵੇ ਤਾਂ ਮਨੁੱਖ ਕਹੇਗਾ 8 ਵਜੇ ਤੱਕ ਦਾ ਸਮਾਂ 8 ਵਜੇ ਆਰੰਭ ਕਰ ਲਵਾਂਗੇ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰਤਾ ਅਬ ਸੋਏ ਤਾਲ, ਇਸ ਪਲ ਦੇ ਵਿੱਚ ਹੀ। ਜਿਵੇਂ 1 ਮਿੰਟ ਦੇ 1 ਘੰਟੇ ਵਿੱਚ 60 ਮਿੰਟ ਨੇ, 60 ਮਿੰਟਾਂ 'ਚ 60 ਜਿਹੜੇ ਸੈਕਿੰਡ ਨੇ, ਪਲ ਨੇ, ਤਾਂ ਮਨੁੱਖ ਕਹੇਗਾ ਨਹੀਂ ਅਗਲੇ ਮਿੰਟ ਦੇ ਵਿੱਚ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਲੇ ਵਿੱਚ ਵੀ ਕਿਉਂ, ਇਸੇ ਹੀ ਪਲ ਦੇ ਵਿੱਚ ਸਾਧਨਾ ਕਰ, ਕਿਉਂ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਤਾਂ ਇਸੇ ਪ੍ਰਕਾਰ ਕਹਿੰਦੇ ਜਦੋਂ, ਕਿਉਂਕਿ ਜੀਵਨ ਦਾ ਇਹ ਪਲ ਪਤਾ ਨਹੀਂ, ਇਸ ਪਲ ਦੇ ਵਿੱਚ ਜਿਹੜੀ ਬਖਸ਼ਿਸ਼ ਉਤਰੀ ਹੈ, ਜੇ ਇਸ ਬਖਸ਼ਿਸ਼ ਨੂੰ ਤੂੰ ਇਸ ਪਲ ਦੇ ਵਿੱਚ ਹੀ ਕਰਮ ਬਣਾ ਲਏਗਾ ਤਾਂ ਹੋ ਸਕਦਾ ਹੈ ਤੇਰਾ ਕਰਮ ਬੜਾ ਫਲੀਭੂਤ ਹੋਵੇ ਅਤੇ ਤੇਰੀ ਥੋੜ੍ਹੇ ਜਿਹੇ ਪਲਾਂ ਦੀ ਸਾਧਨਾ ਵੀ ਤੇਰੀ ਜ਼ਿੰਦਗੀ ਭਰ ਦਾ ਸਕੂਨ ਬਣ ਜਾਏ। ਇਸ ਕਰਕੇ ਕਹਿੰਦੇ ਮਤਾਂ ਇਸ ਭਰਮ ਵਿੱਚ ਰਹਿਣਾ ਕਿ ਜੋ ਸਿਰ ਪਰ ਆਵੇ ਕਾਲ, ਕਿ ਅੱਜ ਦੇ ਕੰਮ ਨੂੰ ਕੱਲ੍ਹ 'ਤੇ ਕਰ ਲਵਾਂਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਉਂਦੇ ਹਨ। ਵਿਚਾਰ ਦੇ ਨੁਕਤੇ ਤੋਂ ਇਸ ਦੇ ਭਾਵ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਮਨੁੱਖ ਦੀ ਜਿਹੜੀ ਫਿਤਰਤ ਹੈ ਇਹ ਬਹੁਤ ਮੋਟੀਆਂ ਗਿਣਤੀਆਂ ਕਰਦਾ ਹੈ, ਛੋਟੀ ਗਿਣਤੀ ਕਰਨ ਦੀ ਮਨੁੱਖ ਦੀ ਫਿਤਰਤ ਹੀ ਨਹੀਂ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਜੀਵਨ ਦੀ ਜਦੋਂ ਆਪਣੀ ਅਵਧੀ ਨੂੰ ਮਾਪਦਾ ਹੈ ਅਤੇ ਸਾਲਾਂ ਕਰਕੇ ਮਾਪਦਾ ਹੈ। ਸਾਲਾਂ ਕਰਕੇ ਮਤਲਬ ਕਿ ਮੇਰੀ 80 ਸਾਲ ਉਮਰ ਹੋ ਗਈ ਜਾਂ ਮੈਂ 100 ਸਾਲ ਭੋਗ ਲਿਆ, ਸਾਲਾਂ ਕਰਕੇ ਗਿਣ ਰਿਹਾ ਹੈ। ਪਰ ਸਵਾਸ ਜਦੋਂ ਜੀਵਨ ਘੜਿਆ ਗਿਆ, ਪਹਿਲੇ ਸਵਾਸ ਦੇ ਨਾਲ ਜੀਵਨ ਆਰੰਭ ਹੋ ਗਿਆ, ਅਤੇ ਜਦੋਂ ਜੀਵਨ ਖਤਮ ਹੋਏਗਾ ਉਦੋਂ ਵੀ ਇੱਕ ਸਵਾਸ ਦੇ ਨਾਲ ਹੋਏਗਾ ਕਿ ਪ੍ਰਾਣ ਜਿਹੜਾ ਬਾਹਰ ਹੈ ਉਹ ਬਾਹਰ ਰਹਿ ਜਾਏਗਾ, ਜਿਹਦੀ ਜਿੰਨੀ ਗਰਦਸ਼ ਸਰੀਰ 'ਚ ਹੋ ਗਈ ਹੈ ਓਨੀ ਕੁ ਰਹਿ ਜਾਏਗੀ। ਇਸ ਕਰਕੇ ਮੋਟੀ ਗਿਣਤੀ ਕਹਿਣ ਦਾ ਭਾਵ ਕਿ ਜੇ ਜੀਵਨ ਦੇ ਅਰਥ ਦੀ ਕੁਝ ਸਮਝ ਪੈਦਾ ਕਰਨੀ ਹੈ ਤਾਂ ਆਪਣੀ ਗਿਣਤੀ ਦੇ ਮਾਪਦੰਡ ਬੰਦੇ ਨੂੰ ਬਦਲਣੇ ਪੈਣਗੇ। ਇਸ ਕਰਕੇ ਹਰੇਕ ਪ੍ਰਾਣ, ਚਾਹੇ ਉਹ ਮਰਨ ਦੇ ਆਖਰੀ ਸਮੇਂ 'ਚ ਨਿਕਲ ਰਿਹਾ ਜਾਂ ਜੀਵਨ ਦੀ ਪਹਿਲੀ ਤਰਫ ਉਹ ਸਾਹ ਲਿਆ, ਉਹਨਾਂ ਸਾਰਿਆਂ ਦੇ ਵਿਚਲੇ, ਅੰਤਲੇ ਅਤੇ ਸ਼ੁਰੂਆਤ ਵਾਲੇ ਸਾਰੇ ਜਿਹੜੇ ਸਵਾਸ ਮਿਲੇ ਨੇ ਉਹ ਸਾਰੇ ਹੀ ਕੀਮਤੀ ਹਨ, ਸਾਰਿਆਂ ਦੀ ਇੱਕੋ ਜਿੰਨੀ ਮਹੱਤਤਾ ਹੈ। ਹੁਣ ਇਸ ਗੱਲ ਨੂੰ ਇਵੇਂ ਵੀ ਆਖਿਆ ਜਾ ਸਕਦਾ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਈ ਦਿਨ ਭੋਜਨ ਤੋਂ ਬਗੈਰ ਕੱਢ ਸਕਦਾ ਹੈ, ਪਾਣੀ ਤੋਂ ਬਗੈਰ ਵੀ ਕੱਢ ਸਕਦਾ ਹੈ, ਪਰ ਸਵਾਸ ਤੋਂ ਬਿਨਾਂ ਉਹਦੀ ਜਿਹੜੀ ਸਾਧਨਾ ਹੈ, ਸਵਾਸ ਤੋਂ ਬਿਨਾਂ ਨਹੀਂ ਕੱਢ ਸਕਦਾ। ਹਾਂ, ਇਹ ਹੋ ਸਕਦਾ ਕਿਸੇ ਸਵਾਸ ਦੀ ਕਿਰਿਆ ਨੂੰ ਲੰਬਾ ਕਰ ਲਏ। ਜਿਵੇਂ ਯੋਗ ਸਾਧਨਾ ਵਾਲੇ ਬੰਦੇ ਨੇ ਉਹ 24-24 ਸੈਕਿੰਡ ਤੱਕ ਆਪਣਾ ਇੱਕ ਸਵਾਸ ਬਣਾ ਲੈਂਦੇ ਨੇ, ਸਾਰੇ ਮਿੰਟ ਦੇ ਵਿੱਚ 2 ਤੋਂ 3 ਸਾਹ ਲੈਂਦੇ ਨੇ, ਅਸੀਂ ਜਿੱਥੇ 12-13 ਲੈਂਦੇ ਹਾਂ। ਇਹ ਹੋ ਸਕਦਾ, ਪਰ ਸਵਾਸ ਤੋਂ ਬਿਨਾਂ ਨਹੀਂ ਜੀਵਿਆ ਜਾ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਮਨੁੱਖ ਦੇ ਸਭ ਤੋਂ ਪਹਿਲਾਂ ਅਚੇਤ ਹੋਣ ਦੀ ਨਿਸ਼ਾਨੀ ਕੀ ਹੈ
ਕਿ ਮੋਟੀਆਂ ਗਿਣਤੀ ਕਰਦਾ, ਬਰੀਕ ਗਿਣਤੀ ਕਰਕੇ ਆਪਣੇ ਜੀਵਨ ਦੀ ਅਮੋਲਕਤਾ ਨੂੰ ਪਹਿਚਾਣਦਾ ਹੀ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਕਾਲ ਕਰੰਤਾ ਅਬ ਹੇ ਕਰ। ਇਸ ਕਰਕੇ ਮਤਾ ਇਸ ਭਰਮ ਦੇ ਵਿੱਚ ਹੁਣ ਅਸੀਂ ਇਸ ਦੇ ਨਾਲ ਹੀ ਇੱਕ ਪੱਖ ਜੁੜਦਾ ਹੈ, ਪਤਾ ਨਹੀਂ ਸਾਡੇ ਜੀਵਨ ਦਾ ਅੰਤ ਕਿਸ ਸਮੇਂ ਹੋਏਗਾ, ਕਿਸ ਸਮੇਂ 'ਤੇ ਨਿਸ਼ਚਿਤ ਹੈ। ਇਹ ਗੱਲ ਸਾਰਿਆਂ ਦੇ ਲਈ ਅਬੁੱਝ ਹੈ। ਇਸ ਕਰਕੇ ਜਿਹੜੀ ਗੱਲ ਅਬੁੱਝ ਹੈ, ਜਿਹੜੀ ਅਜੇ ਤੱਕ ਵੱਡੇ ਵੱਡੇ ਰਿਸ਼ੀ ਵੀ ਨਹੀਂ ਜਾਣ ਸਕੇ, ਜੇ ਉਹਨਾਂ ਜਾਣਿਆ ਤਾਂ ਉਹਨਾਂ ਨੇ ਉਹਦਾ ਭੇਦ ਗੁਪਤ ਰੱਖਿਆ। ਜਿਹੜੇ ਰਿਸ਼ੀਵਰ ਵੀ ਨਹੀਂ ਜਾਣ ਸਕੇ ਇਸ ਕਾਲ ਦੀ ਮਾਰ ਨੂੰ ਪੈਣ ਵਾਲੇ ਮੌਕੇ ਨੂੰ, ਉਸ ਗੱਲ ਨੂੰ ਨਾ ਜਾਣਦਿਆਂ ਹੋਇਆਂ ਵੀ ਪਤਾ ਵੀ ਹੈ ਅਬੁੱਝ ਹੈ, ਔਰ ਇਹ ਵੀ ਪਤਾ ਹੈ ਕਿ ਪਤਾ ਨਹੀਂ ਜੀਵਨ ਦੇ ਕਿਸ ਪਲ 'ਤੇ ਵਾਪਰ ਜਾਵੇ, ਤਾਂ ਵੀ ਮਨੁੱਖ ਇੱਕ ਆਪਣੇ ਅਚੇਤ ਪੁਣੇ ਨੂੰ ਬੜਾ ਲੰਬਾ ਚਲਾਉਂਦਾ ਹੈ। ਸਮਝਦਾ ਹੈ ਕਿ ਬਚਪਨ ਤੋਂ ਜਵਾਨ ਹੋ ਗਿਆ ਹਾਂ, ਜਵਾਨ ਤੋਂ ਬਿਰਧ ਜ਼ਰੂਰ ਹੋਵਾਂਗਾ, ਕਲਪਨਾ ਬਣਾ ਕੇ ਚੱਲਦਾ ਬੰਦਾ। ਇਸ ਕਰਕੇ ਅਧਿਆਤਮ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ, ਨਾਸ਼ਵਾਨ ਜਾਣਨ ਦੇ ਲਈ ਤਾਂ ਕਿਹਾ ਜਾਂਦਾ ਹੈ ਕਿ ਜਿਵੇਂ ਹੁਣ ਕਿਸੇ ਮਨੁੱਖ ਨੂੰ ਪਤਾ ਲੱਗ ਜਾਏ ਕਿ ਜ਼ਿੰਦਗੀ ਦਾ ਜਿਹੜਾ ਕੱਲ੍ਹ ਵਾਲਾ ਪਲ ਹੈ ਉਹ ਅੰਤਮ ਹੈ, ਤਾਂ ਕਹੇਗਾ ਚਲੋ ਬਾਕੀ ਚੱਲ ਅੱਜ ਦਾ ਦਿਨ ਬਚਿਆ, ਇਹੀ ਕੁਝ ਸਾਧਨਾ ਕਰ ਲਈ ਜਾਏ। ਇਸ ਕਰਕੇ ਇੱਕ ਭੈ ਬਣਿਆ ਰਵੇ, ਅਤੇ ਉਹ ਭੈ ਕੋਈ ਨਿਰਾਸ਼ਾ ਵਾਲਾ ਨਹੀਂ, ਉਹ ਭੈ ਵੀ ਤਾਂ ਕਰਕੇ ਕਿ ਸਾਡਾ ਜਿਹੜਾ ਯਤਨ ਹੈ ਉਹ ਨਿਰੰਤਰ ਰਹੇ ਅਤੇ ਯਤਨ ਸਾਡਾ ਸ਼ੁੱਧ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬ ਹੇ ਕਰ, ਅਬ ਕਰਤਾ ਸੋਇ ਤਾਲ। ਨੁਕਤਾ ਸੀ ਕਿ ਸਭ ਤੋਂ ਪਹਿਲਾਂ ਹੁਣ ਜ਼ਿੰਦਗੀ ਦੇ ਵਿੱਚ ਸਾਡਾ ਜੀਵਨ ਆਰੰਭ ਹੋਇਆ। ਜੀਵਨ ਦੇ ਹਰੇਕ ਬੰਦੇ ਕੋਲੋਂ ਹਰੇਕ ਦੇ ਜਿਹਦਾ ਵੀ ਜੀਵਨ ਹੈ ਉਹਦੇ ਕੋਲੋਂ ਆਪੋ ਆਪਣੇ ਅਰਥ ਨੇ, ਪਰ ਜਿਹਦੇ ਕੋਲ ਜਿੰਨੇ ਵੀ ਅਰਥ ਨੇ ਸਾਰੇ ਸੰਸਾਰ ਮੁਖੀ ਨੇ, ਸਾਰੇ ਮਾਇਆ 'ਤੇ ਕੇਂਦਰਿਤ ਵਾਲੇ ਅਰਥ ਨੇ। ਇੱਕ ਕੋਈ ਵੀ ਇਨਸਾਨ, ਕਿਸੇ ਦੀ ਵੀ ਆਪ ਦੀ ਉਦਾਹਰਣ ਲੈ ਲਵੋ, ਸਾਰਿਆਂ ਦਾ ਆਪੋ ਆਪਣਾ ਇੱਕ ਅਰਥ ਹੈ, ਅਤੇ ਉਹ ਅਰਥ ਸੰਸਾਰ 'ਤੇ ਕੇਂਦਰਿਤ ਹੈ। ਕਿਸ ਪ੍ਰਕਾਰ ਇੱਕ ਮਨੁੱਖ ਦੇ ਜੀਵਨ ਦਾ ਆਰੰਭ ਹੁੰਦਾ ਹੈ, ਉਹਨੂੰ ਜੀਵਨ ਇੰਨੀ ਪਵਿੱਤਰਤਾ ਸਹਿਤ, ਇੰਨੀ ਇਕਾਗਰਤਾ ਵਾਲਾ ਅਤੇ ਇੰਨਾ ਰੱਬੀ ਬਖਸ਼ਿਸ਼ ਦੇ ਨਾਲ ਭਰਪੂਰ ਮਿਲਦਾ ਹੈ। ਇਸ ਗੱਲ ਦੀ ਮਹੱਤਤਾ ਨੂੰ ਗਿਆਨ ਦੇ ਨੁਕਤੇ ਤੋਂ ਜਾਣਨ ਦੀ ਬਜਾਏ ਮਨੁੱਖ ਅਚੇਤ ਪੁਣੇ ਵਿੱਚ ਉਹ ਆਪਣੇ ਜੀਵਨ ਦੇ ਪਲ ਗਵਾਉਂਦਾ ਹੈ। ਫਿਰ ਸਮਾਂ ਪਾ ਕੇ ਜੋਬਨ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਅਤੇ ਜੋਬਨ ਅਵਸਥਾ ਦੇ ਵਿੱਚ ਆਉਂਦਿਆਂ ਜੀਵਨ ਜਿਹੜਾ ਹੈ, ਪਹਿਲਾਂ ਥੋੜ੍ਹੀ ਬਹੁਤੀ ਅਰਥਾਂ ਦਾ ਅਹਿਸਾਸ ਹੁੰਦਾ, ਗਿਆਨ ਨਹੀਂ ਹੁੰਦਾ। ਬਚਪਨ ਦੇ ਵਿੱਚ ਜਿਹੜੇ ਜੀਵਨ ਦੇ ਅਰਥ ਨੇ ਉਹਨਾਂ ਦਾ ਕੇਵਲ ਬੰਦੇ ਨੂੰ ਅਹਿਸਾਸ ਹੁੰਦਾ, ਕਿਵੇਂ ਜਿਵੇਂ ਬੇਪਰਵਾਹੀ ਕੋਲ ਹੁੰਦੀ ਹੈ, ਦਵੈਤ ਤੋਂ ਹਿਰਦਾ ਮੁਕਤ ਹੁੰਦਾ ਹੈ, ਵਿਕਾਰਾਂ ਤੋਂ ਜਿਹੜੀ ਸੁਰਤ ਹੈ, ਮਨ ਹੈ, ਉਹ ਨਿਰਲੇਪ ਹੁੰਦਾ ਹੈ। ਇਸ ਕਰਕੇ ਉਸ ਸਮੇਂ ਜਿਹੜੇ ਪਵਿੱਤਰਤਾ ਦੇ ਅਹਿਸਾਸ ਹੁੰਦੇ ਨੇ, ਗਿਆਨ ਨਹੀਂ ਹੁੰਦਾ। ਪਰ ਹੌਲੀ ਹੌਲੀ ਕਿਉਂਕਿ ਜੀਵਨ ਦੇ ਅਰਥਾਂ ਦੀ ਤਲਾਸ਼ ਨਹੀਂ ਕੀਤੀ, ਇਸ ਕਰਕੇ ਮਾਇਆ ਦਾ ਦਖਲ ਵਧਣ ਲੱਗ ਪੈਂਦਾ ਹੈ, ਅਤੇ ਆਖਰ ਇੰਨਾ ਦਖਲ ਵੱਧ ਜਾਂਦਾ ਹੈ, ਆਪਣੇ ਜੀਵਨ ਦੀ ਅਮੋਲਕਤਾ ਨੂੰ ਉਦੋਂ ਗਿਣਦਾ ਹੈ ਜਦੋਂ ਆਖਰੀ ਪ੍ਰਾਣ ਸਰੀਰ ਦੇ ਵਿੱਚੋਂ ਵਿਦਾ ਹੋਣ ਲੱਗਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਉਦੋਂ ਜਾਗੈ, ਜੀਵਨ ਭਰ ਇੱਕ ਦਿਨ ਦੇ ਵਿੱਚ ਇੰਨੇ ਸਵਾਸ ਮਿਲੇ, ਉਹਨਾਂ ਦੀ ਮਹੀਨੇ ਕਰਕੇ ਸਾਲਾਂ ਕਰਕੇ ਗਿਣਤੀ ਕਰਦਾ ਕਿੰਨੀ ਅਮੋਲਕਤਾ ਦਾ ਧਨ ਮਿਲਿਆ। ਪਰ ਇਸ ਅਮੋਲਕਤਾ ਦੇ ਧਨ ਦਾ ਅਹਿਸਾਸ ਉਦੋਂ ਹੋਇਆ ਜਦ ਇਹ ਕੇਵਲ ਇੱਕ ਰੱਤੀ ਮਾਤਰ ਹੈ ਜਿਹੜਾ ਮਨੁੱਖ ਦੇ ਕੋਲ ਧਨ ਬਚਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬ ਹੇ ਕਰ। ਕਿਸੇ ਜਗਿਆਸੂ ਕਿਸੇ ਮਹਾਤਮਾ ਦੇ ਕੋਲ ਗਿਆ, ਕਹਿੰਦਾ ਜੀਵਨ ਦੇ ਅਰਥਾਂ ਦੀ ਤਲਾਸ਼ ਕਰਨੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ। ਉਹ ਕਹਿਣ ਲੱਗਾ ਕਿ ਸ੍ਰਿਸ਼ਟੀ ਨੂੰ ਚੰਗੇ ਤਰੀਕੇ ਨਾਲ ਨਿਹਾਰਨਾ ਚਾਹੀਦਾ। ਕਹਿੰਦਾ ਨਿਹਾਰਨ ਦਾ ਭਾਵ ਕੀ ਹੈ? ਕਹਿੰਦਾ ਨਿਹਾਰਨ ਦਾ ਭਾਵ ਕੀ ਹੈ ਕਿ ਸੂਰਜ ਉਦੈ ਹੁੰਦਾ ਹੈ, ਉਹਦੇ ਉਦੈ ਹੋਣ ਦਾ ਇੱਕ ਨਿਸ਼ਚਿਤ ਸਮਾਂ, ਉਸ ਸਮੇਂ ਦੇ ਵਿੱਚ ਪ੍ਰਕਾਸ਼ ਕਰ ਲੈਂਦਾ ਹੈ, ਅਤੇ ਬਾਅਦ ਦੇ ਵਿੱਚ ਕਹਿੰਦੇ ਜਿਵੇਂ ਦਿਨ ਸੂਰਜ ਕਰਕੇ ਬਣਿਆ, ਰਾਤ ਚੰਦਰਮਾ ਕਰਕੇ ਬਣੀ ਹੈ, ਇਸੇ ਪ੍ਰਕਾਰ ਮਨੁੱਖ ਦੇ ਜੀਵਨ ਵਿੱਚ ਗਿਆਨ ਦਾ ਤੇਜ ਇੰਨਾ ਚਾਹੀਦਾ ਹੈ, ਮਤਲਬ ਕਿ ਜਦੋਂ ਜੀਵਨ ਦੇ ਵਿੱਚ ਬਲ ਹੋਵੇ, ਸਮਝ ਹੋਵੇ, ਅਕਲ ਹੋਵੇ, ਜਿਵੇਂ ਜਿਹੜਾ ਦਿਨ ਵੇਲੇ ਕਾਰਜ ਆਰਾਮ ਨਾਲ ਕਰ ਸਕਦੇ ਹਾਂ, ਰਾਤ ਵੇਲੇ ਨਹੀਂ। ਇਸ ਕਰਕੇ ਕਹਿੰਦਾ ਜੀਵਨ ਨੂੰ ਜਦੋਂ ਜੀਵਨ ਦੇ ਵਿੱਚ ਸਮਝ ਕੰਮ ਕਰ ਰਹੀ ਹੈ, ਸਰੀਰ ਦਾ ਤਾਣ ਕੰਮ ਕਰ ਰਿਹਾ ਹੈ, ਹੋਰ ਸਾਰਾ ਕੁਝ ਬਿਲਕੁਲ ਅਨੁਕੂਲ ਹੈ, ਉਦੋਂ ਜਿਹੜਾ ਯਤਨ ਕਰੇਗਾ ਉਹ ਯਤਨ ਕੀ ਹੋਏਗਾ? ਬੜਾ ਸਫਲ ਹੋਏਗਾ, ਅਤੇ ਬਾਅਦ ਦੇ ਵਿੱਚ ਸੁੱਖ ਪੈਦਾ ਕਰੇਗਾ। ਇਸ ਕਰਕੇ ਜੀਵਨ ਦੇ ਨੁਕਤੇ ਨੂੰ ਕੁਦਰਤ ਦੇ ਵਿੱਚੋਂ ਹੀ ਲੱਭਣਾ ਚਾਹੀਦਾ ਹੈ। ਤਾਂ ਫਿਰ ਉਹਨੇ ਕਿਹਾ ਕਿ ਇੱਕ ਹੋਰ ਵੀ ਨੁਕਤਾ ਹੈ ਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ 3 ਪ੍ਰਸ਼ਨਾਂ ਨੂੰ ਮੁੱਖ ਰੱਖ ਕੇ ਚੱਲੋ। ਜਿਹੜਾ ਇਹਨਾਂ 3 ਪ੍ਰਸ਼ਨਾਂ ਦੇ ਇੱਕ ਤਾਂ ਧਿਆਨ ਰੱਖੇਗਾ,
ਦੂਜਾ ਇਹਨਾਂ ਦੇ ਉੱਤਰ ਦੀ ਖੋਜ ਕਰਦਾ ਰਹੇਗਾ, ਉਹ ਕਦੀ ਵੀ ਆਪਣੇ ਜੀਵਨ ਦੇ ਅਰਥਾਂ ਤੋਂ ਭਟਕੇਗਾ ਨਹੀਂ। ਕਹਿਣ ਲੱਗਾ ਕਿਹੜੇ 3 ਪ੍ਰਸ਼ਨ ਨੇ? ਕਹਿੰਦਾ ਪਹਿਲਾ ਪ੍ਰਸ਼ਨ ਹੈ, ਕੀ ਕਰਨ ਆਏ ਹਾਂ, ਕੀ ਕਰ ਰਹੇ ਹਾਂ ਅਤੇ ਕੀ ਕਰਨਾ ਚਾਹੀਦਾ ਹੈ। ਕਹਿੰਦਾ ਜਦੋਂ ਕੀ ਕਰਨ ਆਏ ਹਾਂ, ਕਹਿੰਦਾ ਉਦੋਂ ਤੈਨੂੰ ਪਤਾ ਲੱਗੇਗਾ ਕਿ ਸੰਸਾਰ ਜਿਹੜੀ ਦੌੜ ਲਾ ਰਿਹਾ ਹੈ ਜਾਂ ਸੰਸਾਰ ਜਿਸ ਤਰ੍ਹਾਂ ਦੀ ਧੰਦੇ ਧਾਵਣੀ ਦੇ ਮਗਰ ਹੈ, ਕੀ ਇਹ ਕੁਝ ਕਰਨ ਆਏ ਹਾਂ ਕਿ ਕੇਵਲ ਆਪਣੇ ਹਸਤੀ ਬਣਾਉਣੀ, ਆਪਣੀ ਕਮਾਦਕ ਵਿਚਾਰਾਂ ਦੇ ਰਸਕਸ ਮੰਨਣੇ, ਵਿਕਾਰਾਂ ਦੇ, ਤਾਂ ਬਸ ਇਸੇ ਤਰ੍ਹਾਂ ਜੀਵਨ ਨੂੰ ਕਿਸੇ ਵੱਡੇ ਅਰਥ ਤੋਂ ਬਗੈਰ ਹੀ ਜਿਉਂ ਕੇ ਚਲੇ ਜਾਣਾ। ਕਹਿੰਦਾ ਪਹਿਲਾ ਸਵਾਲ ਗਿਆਨ ਜਗਿਆਸਾ ਪੈਦਾ ਕਰੇਗਾ ਕਿ ਕੀ ਕਰਨ ਆਏ ਆ। ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਜਾਂ ਆਨੰਦ ਸਾਹਿਬ ਦੀ ਬਾਣੀ 'ਚ ਰੋਜ਼ਾਨਾ ਪੜ੍ਹਦੇ ਹਾਂ। ਤਾਂ ਇਸੇ ਪ੍ਰਕਾਰ ਕਹਿੰਦਾ ਕੀ ਕਰ ਰਹੇ ਹਾਂ। ਜੇ ਮਨੁੱਖ ਦੇ ਕੋਲ ਜਗਿਆਸਾ ਦੇ ਤਹਿਤ ਉਹਨੂੰ ਪਤਾ ਕਿ ਕੀ ਕਰਨ ਆਏ ਹਾਂ, ਅਤੇ ਫਿਰ ਉਹਦਾ ਅਗਲਾ ਪ੍ਰਸ਼ਨ ਬਣਦਾ ਕੀ ਕਰ ਰਿਹਾ। ਮਤਲਬ ਕਿ ਜੀਵਨ ਦਾ ਆਰੰਭ ਪ੍ਰਭੂ ਭਗਤੀ ਦੇ ਲਈ, ਸ਼ੁਭ ਗੁਣਾਂ ਦੇ ਸੰਚਣ ਦੇ ਲਈ, ਨਾਮ ਧਨ ਦੀ ਰਾਸ ਪੱਲੇ ਬੰਨਣ ਦੇ ਲਈ ਮਿਲਿਆ। ਕੀ ਉਹਨਾਂ ਕੁਝ ਨਾਲ ਬੰਨ੍ਹ ਲਿਆ ਹੈ? ਸ਼ੁਭ ਗੁਣਾਂ ਦੇ ਨਾਲ ਆਪਣਾ ਜੀਵਨ ਭਰਪੂਰ ਕਰ ਲਿਆ ਕਿ ਨਹੀਂ? ਬੰਦਗੀ ਦੇ ਨਾਲ ਆਪਣੇ ਜੀਵਨ ਨੂੰ ਰੰਗ ਲਿਆ ਕਿ ਨਹੀਂ? ਕਹਿੰਦੇ ਜਦੋਂ ਇਹ ਦੂਜੇ ਪ੍ਰਸ਼ਨ ਦੀ ਵਿਚਾਰ ਕਰੇਗਾ ਤਾਂ ਫਿਰ ਤੈਨੂੰ ਆਪਣੇ ਵਰਤਮਾਨ ਦੀ ਸੂਝ ਪਏਗੀ ਕਿ ਮੈਂ ਕੀ ਕਰ ਰਿਹਾ ਹਾਂ। ਅਤੇ ਕਹਿੰਦਾ ਇਸੇ ਪ੍ਰਕਾਰ ਫਿਰ ਕਹਿੰਦੇ ਕੀ ਕਰਨ ਦੇ ਵਿੱਚ ਹੀ ਤੈਨੂੰ ਪਤਾ ਲੱਗੇਗਾ। ਜਦੋਂ ਜੇ ਤੂੰ ਗਲਤ ਦਿਸ਼ਾ ਵਾਲੇ ਪਾਸੇ ਜਾ ਰਿਹਾ ਹੋਏਗਾ ਤਾਂ ਫਿਰ ਤੇਰੇ ਅੰਦਰ ਦੀ ਸਮੱਸਿਆ ਦਾ ਇੱਕ ਹੋਰ ਪ੍ਰਸ਼ਨ ਪੈਦਾ ਹੋਏਗਾ ਕਿ ਕੀ ਕਰਨਾ ਚਾਹੀਦਾ ਕਿ ਜਿਹਦੇ ਕਰਕੇ ਸਾਡਾ ਜੀਵਨ ਸਫਲ ਹੋ ਜਾਏ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕਾਲ ਕਰੰਤਾ ਅਬ ਹੈ ਕਰ, ਕਿਉਂਕਿ ਤੇਰੇ ਜੀਵਨ ਦਾ ਆਰੰਭ ਹੋ ਚੁੱਕਾ ਹੈ। ਹੁਣ ਇੱਕ ਗੱਲ ਮੈਂ ਕਈ ਵਾਰੀ ਇਸ ਨੁਕਤਿਆਂ ਨੂੰ ਵਾਚਦਾ, ਇੱਕ ਦੌੜਾਕ ਜਦੋਂ ਜਿਸ ਸੈਂਟਰ ਤੋਂ ਦੌੜਨਾ ਸ਼ੁਰੂ ਕਰਦਾ, ਜਿਸ ਕੇਂਦਰ ਤੋਂ, ਜਿਸ ਬਿੰਦੂ ਤੋਂ, ਉਹ ਆਪਣੇ ਨਿਸ਼ਾਨੇ ਵੱਲ ਜ਼ਿਆਦਾ ਤੇਜ਼ੀ ਨਾਲ ਵੱਧਦਾ ਹੈ। ਕਿਤੇ ਮੈਂ ਆਪਣੀ ਪੜ੍ਹਾਈ ਦੌਰਾਨ ਇਹ ਨੁਕਤਾ ਸਾਡੇ ਅਧਿਆਪਕ ਨੇ ਦੱਸਿਆ ਸੀ ਕਿ ਜੀਵਨ ਦਾ ਅਰਥ ਇੱਕ ਦੌੜਾਕ ਦੇ ਕੋਲੋਂ ਵੀ ਲੱਭਿਆ ਜਾ ਸਕਦਾ ਹੈ। ਦੌੜਾਕ ਕੀ ਹੁੰਦਾ ਹੈ ਕਿ ਉਹ ਜਦੋਂ ਆਪਣੀ ਦੌੜ ਆਰੰਭ ਕਰਨ ਲੱਗਦਾ ਹੈ, ਜਿਹੜਾ ਉਸ ਵਕਤ ਜਿਹੜੀ ਇੱਕ ਸਾਊਂਡ ਹੁੰਦਾ ਜਿਹਦੇ ਨਾਲ ਗਨ ਦਾ ਸ਼ਾਟ ਹੁੰਦਾ ਹੈ, ਉਹਦੇ ਨਾਲ ਉਹ ਇੰਨਾ ਇੰਟੈਂਸ, ਇੰਨਾ ਜ਼ਿਆਦਾ ਤੀਖਣਤਾ ਦੇ ਨਾਲ ਜੁੜਿਆ ਹੁੰਦਾ ਹੈ ਕਿ ਗਨ ਦਾ ਸ਼ਾਟ ਹੋਣ ਦੀ ਆਵਾਜ਼ ਅਤੇ ਉਹਦੇ ਵਿੱਚ ਮਾਈਕਰੋ ਸੈਕਿੰਡ ਦਾ ਵੀ ਫਰਕ ਨਹੀਂ ਹੁੰਦਾ। ਉਸੇ ਵਕਤ ਉਹਦੇ ਜਿਹੜੇ ਕਦਮ ਨੇ ਆਪਣੇ ਕੇਂਦਰ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ ਅਤੇ ਆਪਣੀ ਜਿਹੜੀ ਮੰਜ਼ਿਲ ਹੈ ਬਹੁਤ ਤੇਜ਼ੀ ਨਾਲ ਚੱਲਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੀ ਮੰਜ਼ਿਲ ਦੀ ਸਫਲਤਾ ਤਾਂ ਜੇ ਮੈਂ ਥੋੜ੍ਹੇ ਸਮੇਂ ਦੇ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਆਰੰਭ ਹੋ ਚੁੱਕਾ ਹੈ। ਔਰ ਇਸ ਗੱਲ ਨੂੰ ਜੇ ਵਾਚਾਂਗੇ, ਜੇ ਪ੍ਰਸ਼ਨ ਕਰ ਲਈਏ ਕਿ ਕੀ ਕਰ ਰਹੇ ਜੀਵਨ ਦੀ ਕਿੰਨੀ ਅਵਸਥਾ, ਜਿਤਨੇ ਵੀ ਅਸੀਂ ਬੈਠੇ ਹਾਂ ਸਾਰਿਆਂ ਦੀ ਬਚਪਨ ਅਤੇ ਜਵਾਨੀ ਅਵਸਥਾ ਬੀਤੀ ਹੋਈ ਹੈ। ਅਸੀਂ ਜੀਵਨ ਦੇ ਇੱਕ ਅੰਤਲੇ ਪੜਾਅ 'ਤੇ ਚੱਲ ਰਹੇ ਹਾਂ। ਜੇ ਅਸੀਂ ਆਮ ਜੀਵਨ ਦੀ ਤੋਰ ਮੰਨ ਕੇ ਚੱਲੀਏ, ਜਿਹਨੂੰ 3 ਅਵਸਥਾਵਾਂ ਕਹੀਆਂ ਜਾਂਦੀਆਂ ਨੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਕਾਲ ਕਰੰਤਾ, ਜਿਹੜਾ ਤੇਰੇ ਕੋਲ ਜੀਵਨ ਦਾ ਅਮੋਲਕ ਸਮਾਂ ਉਹ ਗਵਾਚ ਗਿਆ ਹੈ। ਹੁਣ ਜਿਹੜਾ ਤਾਣ ਵਾਲਾ ਸਮਾਂ ਹੈ ਉਹਦੇ ਵਿੱਚ ਵੀ ਕੋਈ ਯਤਨ ਆਰੰਭ ਨਹੀਂ ਕਰ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਨੂੰ ਗੱਲ ਨੂੰ ਵੀ ਅੱਗੇ ਪਾ ਰਿਹਾ, ਇਹ ਤੇਰੀ ਨਾਕਾਮੀ ਹੈ। ਤਾਂ ਕਹਿੰਦੇ ਇਸ ਕਰਕੇ ਜੀਵਨ ਦੇ ਅਰਥਾਂ ਦੀ ਤਲਾਸ਼ ਕਰ। ਹੁਣ ਬਾਰ-ਬਾਰ ਆਪ ਜੀ ਇਹ ਸ਼ਰਵਣ ਕਰ ਰਹੇ ਹੋ ਤਾਂ ਮਨੁੱਖ ਸੁਭਾਵਕ ਕਹੇਗਾ ਕਿ ਜੀਵਨ ਦੇ ਅਰਥ ਤਾਂ ਮੈਨੂੰ ਪਤਾ ਨੇ ਕਿ ਪੜ੍ਹਾਈ ਕਰਨੀ, ਨੌਕਰੀ ਲੈਣੀ, ਉਸ ਤੋਂ ਬਾਅਦ ਕੋਈ ਦੁਨਿਆਵੀ ਰੁਤਬਾ ਵੱਡਾ ਪ੍ਰਾਪਤ ਕਰ ਲੈਣਾ, ਆਪਣੀਆਂ ਮਾਇਕੀ ਲੋੜਾਂ ਸਾਰੀਆਂ ਪੂਰੀਆਂ ਕਰ ਲੈਣੀਆਂ, ਅਤੇ ਇਹ ਸਾਰਾ ਕੁਝ ਤਾਂ ਮੈਨੂੰ ਪਤਾ ਹੈ। ਫਿਰ ਬਾਬਾ ਜੀ ਕਿਹੜੀ ਗੱਲ ਕਹਿ ਰਹੇ ਨੇ ਬਾਰ-ਬਾਰ ਜੀਵਨ ਦੇ ਅਰਥਾਂ ਵਾਲੀ। ਪਹਿਲਾਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੇ ਸੰਸਾਰ ਦੇ ਕੋਲੋਂ ਜੀਵਨ ਦੇ ਅਰਥ ਨੇ ਉਹ ਸੰਸਾਰ ਵਾਲੇ ਨੇ। ਸੰਸਾਰ ਕੀ ਕਹਿੰਦਾ ਹੈ ਕਿ ਸੰਚੋ ਅਤੇ ਆਪਣੇ ਕੋਲ ਕਰੋ। ਜਿਹੜਾ ਅਧਿਆਤਮਿਕਤਾ ਦਾ ਅਰਥ ਹੈ, ਕਿ ਅਧਿਆਤਮਿਕਤਾ ਦਾ ਅਰਥ ਕਹਿੰਦਾ ਉਹ ਸੰਚੋ ਜਿਹੜਾ ਸੁਖਦਾਈ ਹੋਵੇ, ਉਹ ਸੰਚੋ ਜਿਹੜਾ ਸਦੀਵੀ ਹੈ। ਹੁਣ ਜਿਵੇਂ ਸੰਸਾਰ ਸਾਨੂੰ ਕਹਿੰਦਾ ਕਰੋੜਪਤੀ ਬਣੋ, ਮੰਨ ਲਓ ਬੰਦਾ ਕਰੋੜਪਤੀ ਬਣ ਵੀ ਗਿਆ, ਉਹਦਾ ਕਰੋੜ ਦਾ ਕਮਾਇਆ ਹੋਇਆ ਧਨ ਉਹਦੇ ਇਸ ਜੀਵਨ ਤੋਂ ਬਾਅਦ ਉਹਨੂੰ ਸੁੱਖ ਪਹੁੰਚਾ ਸਕੇਗਾ ਕਿ ਨਹੀਂ, ਇਹ ਕੋਈ ਵੀ ਨਹੀਂ ਨਿਸ਼ਚਿਤ ਕਹਿ ਸਕਦਾ। ਇਸ ਕਰਕੇ ਤਾਂ ਕਿਹਾ ਕਿ ਜੀਵਨ ਦੇ ਅਰਥ ਹਨ। ਇਹ ਨਹੀਂ ਕਿ ਮੈਂ ਇਸ ਗੱਲ ਦਾ ਇਨਕਾਰ ਕਰਦਾ, ਜੀਵਨ ਦੇ ਅਰਥ ਹਨ ਪਰ ਸੰਸਾਰ ਵਾਲੇ ਹਨ ਕਿ ਬਹੁਤ ਕੁਝ ਸੰਚ ਲਓ, ਅੰਤਮ ਸਾਹ ਤੱਕ ਸੰਚਦੇ ਜਾਓ। ਅਤੇ ਫਿਰ ਜਦੋਂ ਇਹ ਸੰਸਾਰ ਦੇ ਅਰਥਾਂ ਦੇ ਮਗਰ ਚੱਲਦਾ ਹੈ, ਜਦੋਂ ਸੰਸਾਰ ਦੇ ਅਰਥਾਂ ਨੂੰ ਕਾਲ ਦੀ ਮਾਰ ਸੁਚੇਤ ਕਰਦੀ ਹੈ,
ਫਿਰ ਹੈਰਾਨ ਹੁੰਦਾ ਕਿ ਇੰਨਾ ਕੁਝ ਸੰਚਿਆ ਮੈਨੂੰ ਛੱਡਣਾ ਪਏਗਾ, ਤੇ ਫਿਰ ਪਤਾ ਲੱਗਦਾ ਹੈ ਕਿ ਕਿਸੇ ਗਲਤ ਦਿਸ਼ਾ ਵੱਲ ਸਾਰਾ ਹੀ ਸਫ਼ਰ ਕਰ ਲਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਲ ਕਰੰਤਾ ਮਤਾ ਕਿਤੇ ਭਰਮ ਰਹਿ। ਜਿਸ ਕਰਕੇ ਜੀਵਨ ਦੇ ਅਰਥਾਂ ਦੀ ਤਲਾਸ਼ ਵੀ ਬੜੇ ਘੱਟ ਬੰਦੇ ਅੰਦਰ ਹੀ ਪੈਦਾ ਹੁੰਦੀ ਹੈ। ਮੰਨ ਲਓ ਜਿਵੇਂ ਕਰੋੜ ਬੰਦਾ ਹੈ, ਕਰੋੜਾਂ ਦੇ ਅੰਦਰ ਕੋਈ 3-4 ਬੰਦੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਜੀਵਨ ਦੀ ਤਲਾਸ਼ ਪੈਦਾ ਹੁੰਦੀ ਹੈ। ਕਿਉਂ? ਕਿਉਂਕਿ ਸੰਸਾਰ ਬੜਾ ਪ੍ਰਬਲ ਹੈ। ਜਦੋਂ ਵੀ ਬੰਦਾ ਸੰਸਾਰ ਤੋਂ ਪਰਾਂ ਹੋ ਕੇ ਜੀਵਨ ਦੀ ਥੋੜ੍ਹੀ ਤਲਾਸ਼ ਕਰਨੀ ਸ਼ੁਰੂ ਕਰ ਦਿੰਦਾ ਹੈ, ਉਹਦਾ ਜੀਵਨ ਤਮਾਮ ਦੁੱਖਾਂ ਦੇ ਨਾਲ, ਚਿੰਤਾਵਾਂ ਦੇ ਨਾਲ, ਔਕੜਾਂ ਦੇ ਨਾਲ ਭਰ ਜਾਂਦਾ ਹੈ। ਕਿਉਂ? ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਲ ਕਰੰਤਾ। ਹੁਣ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ। ਮਹਾਤਮਾ ਬੁੱਧ ਆਪਣੇ ਪਿਤਾ ਦੇ ਘਰ ਪੈਦਾ ਹੋਏ। ਉਹਨਾਂ ਦਾ ਪਿਤਾ ਰਾਜਾ ਸੀ, ਸੁਧੋਧਨ। ਬੜੇ ਸੁੱਖ ਸਹੂਲਤਾਂ ਸਨ। ਜੋਤਸ਼ੀਆਂ ਨੇ ਕਿਹਾ ਸੀ ਕਿ ਇਹ ਵੈਰਾਗੀ ਬਣੇਗਾ। ਪਿਤਾ ਹੁਣ ਦੇਖੋ, ਸੰਸਾਰ ਅੱਗੇ ਵੀ ਕਈ ਵਾਰੀ ਕਿ ਸੰਸਾਰ ਕਦੀ ਵੀ ਤੁਹਾਨੂੰ ਅਧਿਆਤਮ ਦੀ ਤਰਫ ਨਹੀਂ ਚੱਲਣ ਦੇਗਾ। ਇਹ ਦੇਖ ਲੈਣਾ, ਭਾਵੇਂ ਕਿੱਡਾ ਵੀ ਗੁਰਮੁਖ ਪਰਿਵਾਰ ਕਿਉਂ ਨਾ ਹੋਵੇ, ਉਹਦੇ ਵਿੱਚ ਵੀ ਕੁਝ ਨਾ ਕੁਝ ਸੂਖਮ ਰੂਪ ਦੇ ਵਿੱਚ ਇਹ ਗੱਲਾਂ ਚੱਲ ਹੀ ਰਹੀਆਂ ਹੁੰਦੀਆਂ। ਮਹਾਤਮਾ ਬੁੱਧ ਜਦੋਂ ਭਵਿੱਖਬਾਣੀ ਕੀਤੀ, ਜੋਤਸ਼ੀਆਂ ਨੇ ਕਿਹਾ ਵੈਰਾਗੀ ਬਣੇਗਾ। ਇਕਲੌਤੀ ਸੰਤਾਨ ਸੀ। ਉਹਦੇ ਪਿਤਾ ਨੂੰ ਚਿੰਤਾ ਪੈਦਾ ਹੋਈ ਅਤੇ ਕਹਿਣ ਲੱਗਾ ਕਿ ਉਹ ਕਹਿੰਦਾ ਕਿ ਇਹਨੂੰ ਕਿਸੇ ਦੁੱਖ ਦਾ ਅਨੁਭਵ ਹੋਏਗਾ, ਅਤੇ ਦੁੱਖ ਦੇ ਅਨੁਭਵ ਤੋਂ ਬਾਅਦ ਇਹ ਵੈਰਾਗੀ ਹੀ ਬਣੇਗਾ, ਇਹਨੂੰ ਕੋਈ ਮੋੜ ਨਹੀਂ ਸਕੇਗਾ। ਹੁਣ ਪਿਤਾ ਨੇ ਕੀ ਕੀਤਾ? ਉਹਨੇ ਕਹਿੰਦਾ ਕੋਈ ਹੱਲ? ਕਹਿੰਦੇ ਕੋਈ ਹੱਲ ਨਹੀਂ ਹੈ। ਫਿਰ ਉਹਨੇ ਇੰਨਾ ਜ਼ਿਆਦਾ ਉਹਦੇ ਜੀਵਨ ਨੂੰ ਭਰਪੂਰ ਕਰ ਦਿੱਤਾ ਸੁੱਖਾਂ ਦੇ ਨਾਲ, ਸਭ ਤਰ੍ਹਾਂ ਦੇ ਨਜ਼ਾਰਿਆਂ ਦੇ ਨਾਲ, ਸਭ ਤਰ੍ਹਾਂ ਦੇ ਰਸਾਂ ਨਾਲ, ਕਿ ਕਦੀ ਇਹਨੂੰ ਦੁੱਖ ਦਾ ਅਨੁਭਵ ਹੀ ਨਾ ਹੋਏ। ਉਹਨੇ ਮਤਲਬ ਇੰਨੇ ਜ਼ਿਆਦਾ ਨੌਕਰ ਉਹਦੇ ਆਲੇ ਦੁਆਲੇ ਨਿਸ਼ਚਿਤ ਕਰ ਦਿੱਤੇ ਕਿ ਉਹਨਾਂ ਨੂੰ ਫਿਰ ਖਾਸ ਤਰ੍ਹਾਂ ਦੀ ਸਿਖਲਾਈ ਦਿੱਤੀ ਕਿ ਦੁੱਖ ਸ਼ਬਦ ਵੀ ਨਾ ਇਹਦੇ ਕੰਨੀ ਪਵੇ, ਕਿ ਦੁੱਖ ਕੀ ਹੁੰਦਾ ਹੈ। ਕੇਵਲ ਸੁੱਖ, ਆਨੰਦ ਅਤੇ ਰਸ ਸ਼ਬਦ ਹੀ ਇਹਦੇ ਕੰਨੀ ਪੈਣ। ਬਹੁਤ ਵੱਡੇ ਬਗੀਚੇ, ਬੜੇ ਸੁੱਖ ਸੰਪਦਾਵਾਂ, ਕਿ ਦੁੱਖ ਦਾ ਇਹਨੂੰ ਪਤਾ ਹੀ ਨਾ ਲੱਗੇ, ਕਿਉਂਕਿ ਜਿੱਦਣ ਇਹਨੂੰ ਪਤਾ ਲੱਗ ਗਿਆ ਇਹਨੇ ਤੁਰ ਪੈਣਾ ਹੈ, ਆਹ ਰਾਜ ਭਾਗ ਸਾਰਾ ਚਲਿਆ ਜਾਏਗਾ, ਛੱਡ ਦੇਗਾ। ਇਸ ਕਰਕੇ ਮੇਰਾ ਵਾਰਸ ਜਾਂਦਾ ਰਹੇਗਾ। ਉਹਨੇ ਬੜੇ ਯਤਨ ਕੀਤੇ, ਚਲੋ ਜੀਵਨ ਚੱਲਦਾ ਰਿਹਾ ਉਹਦਾ। ਫਿਰ ਇਸੇ ਪ੍ਰਕਾਰ ਮਹਾਤਮਾ ਬੁੱਧ ਦਾ ਜਿਹੜਾ ਸੀ ਵਿਆਹ ਆਦਿਕ ਵੀ ਕਰ ਦਿੱਤਾ। ਪਰ ਉਸੇ ਸਮੇਂ ਦੇ ਦੌਰਾਨ ਜਦੋਂ ਆਪਣੇ ਰਾਜ ਮਹਿਲਾਂ ਦੇ ਸੁੱਖ ਨੂੰ ਮਹਾਤਮਾ ਬੁੱਧ ਮਾਣਦੇ ਸਨ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਕਿ ਆਹ ਰਾਜ ਮਹਿਲਾਂ ਦਾ ਸੁੱਖ ਮਾਣਦਾ, ਪਰ ਇਹ ਘਟ ਜਾਂਦਾ ਹੈ ਕਿ ਹੁਣ ਜਿਹੜੇ ਘਰ ਵਿੱਚ ਇੰਨੇ ਸਿਰ ਤੋਂ ਰਹਿ ਰਿਹਾ ਉਹ ਵੀ ਥੋੜ੍ਹਾ ਥੋੜ੍ਹਾ ਹੁਣ ਰਸ ਨਹੀਂ ਦਿੰਦਾ। ਜਿਹੜੇ ਪਦਾਰਥ ਰੋਜ਼ ਖਾ ਰਹੇ ਉਹ ਵੀ ਉਨਾ ਰਸ ਨਹੀਂ ਦਿੰਦੇ। ਕਿ ਇੰਨਾ ਕਿ ਜੀਵਨ ਦਾ ਅਸਲ ਹੈ। ਇਸ ਗੱਲ ਨੂੰ ਵਾਚਦੇ ਗਏ ਅਤੇ ਆਖਰ ਇੱਕ ਦਿਨ ਉਹਨਾਂ ਨੇ ਇੱਛਾ ਪੈਦਾ ਕੀਤੀ ਕਿ ਮੈਂ ਥੋੜ੍ਹਾ ਬਾਹਰ ਜਾਣਾ ਚਾਹੁੰਦਾ। ਉਹਦਾ ਪਿਤਾ ਬਾਹਰ ਵੀ ਨਹੀਂ ਸੀ ਜਾਣ ਦਿੰਦਾ। ਜਦੋਂ ਹੀ ਬਾਹਰ ਗਏ, 4 ਦ੍ਰਿਸ਼ ਦੇਖੇ। ਸਭ ਤੋਂ ਪਹਿਲਾਂ ਇੱਕ ਬਿਮਾਰ ਦੇਖਿਆ। ਹੁਣ ਇਸ ਗੱਲ ਦਾ ਆਪ ਜੀ ਅੰਦਾਜ਼ਾ ਲਗਾ ਲਓ ਕਿ ਉਹਨਾਂ ਨੇ ਆਪਣੇ ਵਿਆਹ ਦੀ ਉਮਰ ਤੱਕ ਨਾ ਤਾਂ ਬਿਮਾਰ ਦੇਖਿਆ ਸੀ, ਨਾ ਮੁਰਦਾ ਦੇਖਿਆ ਸੀ, ਅਤੇ ਨਾ ਦੁੱਖ ਸ਼ਬਦ ਸੁਣਿਆ ਸੀ। ਕਿਹੋ ਜਿਹਾ ਜੀਵਨ ਰਿਹਾ ਹੋਏਗਾ। ਪਹਿਲੀ ਦਫਾ ਬਿਮਾਰ ਦੇਖਿਆ ਤਾਂ ਉਹ ਚੀਕ ਚਹਾੜਾ ਪਾ ਰਿਹਾ ਸੀ। ਉਹਨੇ ਆਪਣੇ ਸਾਰਥੀ, ਜਿਹੜਾ ਰੱਥ ਚਲਾਉਣ ਵਾਲਾ ਸੀ, ਉਹਨੂੰ ਚਾਨਾ ਉਹਦਾ ਨਾਮ, ਉਹਨੂੰ ਪੁੱਛਿਆ ਕਿ ਚੰਨ ਇਹ ਕੀ ਹੈ, ਇਹ ਕੌਣ ਹੈ ਜਿਹੜਾ ਇੰਨਾ ਕੁਰਲਾਹਟ ਕਰ ਰਿਹਾ, ਚੀਕਾਂ ਕਿਉਂ ਮਾਰ ਰਿਹਾ? ਉਹ ਕਹਿਣ ਲੱਗਾ ਜੀ ਇਹਦੇ ਜੀਵਨ 'ਚ ਦੁੱਖ ਹੈ। ਮਹਾਤਮਾ ਬੁੱਧ ਕਹਿਣ ਲੱਗੇ ਦੁੱਖ ਕੀ ਹੁੰਦਾ ਹੈ? ਕਹਿੰਦਾ ਦੁੱਖ ਦਾ ਮਤਲਬ ਸਰੀਰ ਦੇ ਵਿੱਚ ਕੋਈ ਰੋਗ ਪੈਦਾ ਹੋ ਜਾਂਦੇ। ਜੇ ਸਰੀਰਕ ਰੋਗ ਨਹੀਂ ਹੈ ਅਤੇ ਮਾਨਸਿਕ ਤੌਰ 'ਤੇ ਕੋਈ ਸੰਕਟ ਆ ਗਿਆ, ਉਹਦੀ ਚਿੰਤਾ ਕਰਕੇ ਕੁਰਲਾਹਟ ਕਰ ਰਿਹਾ, ਉਹਦੇ ਬਾਰੇ ਜਾਣਿਆ। ਬੜਾ ਹੈਰਾਨ ਹੋਇਆ ਕਿ ਦੁੱਖ ਹੁੰਦਾ ਹੈ। ਅੱਗੇ ਗਏ, ਅੱਗੇ ਇੱਕ ਬਜ਼ੁਰਗ ਦੇਖਿਆ। ਕਹਿਣ ਲੱਗਾ ਇਹ ਕਿਹੜਾ ਬੰਦਾ ਸਾਡੀ ਧਰਤੀ 'ਤੇ ਜਿਹਦਾ ਸਾਰਾ ਚਿਹਰਾ ਮੁਰਝਾਇਆ ਹੋਇਆ ਹੈ, ਲੱਕ ਕੁੱਬਾ ਹੋਇਆ ਪਿਆ ਹੈ। ਉਹ ਕਹਿਣ ਲੱਗੇ ਬਿਰਧ ਹੈ। ਕਹਿੰਦੇ ਇਹ ਕਿੱਥੋਂ ਆਇਆ ਹੈ, ਇਹ ਕਿੰਨੇ ਬਣਾਇਆ ਇਹਨੂੰ? ਉਹ ਕਹਿਣ ਲੱਗਾ ਜੀ ਕਿਸੇ ਨੇ ਨਹੀਂ ਬਣਾਇਆ ਇਹਨੂੰ, ਇਹ ਵੀ ਤੁਹਾਡੇ ਵਾਂਗ ਨੌਜਵਾਨ ਸੀ। ਔਰ ਇੱਥੇ ਇੱਕ ਗੱਲ ਹੋਰ ਯਾਦ ਰੱਖਦਿਆਂ, ਉਹਦੇ ਪਿਤਾ ਨੇ ਸਾਰਥੀ ਨੂੰ ਕਿਹਾ ਸੀ ਕਿ ਇਹਨੂੰ ਕੁਝ ਨਾ ਦੱਸੀ, ਜੇ ਬਾਹਰ ਲੈ ਜਾ ਰਿਹਾ ਹੈ, ਜੋ ਵੀ ਇਹ ਦੇਖੂਗਾ ਤੇਰੇ ਕੋਲੋਂ ਕੁਐਸਚਨ ਪੁੱਛੂਗਾ, ਦੱਸੀ ਨਾ ਕੁਝ ਇਹਨੂੰ। ਉਹਨੇ ਦੂਜੀ ਦਫਾ ਉਹਨੂੰ ਪਰ ਮਹਾਤਮਾ ਬੁੱਧ ਦਾ ਕਿਉਂਕਿ ਵਫਾਦਾਰੀ ਉਹਦੇ ਅੰਦਰ ਸੀ, ਉਹਨੇ ਤਾਂ ਕਰਕੇ ਰਾਜੇ ਦੇ ਹੁਕਮ ਦੀ ਉਲੰਘਣਾ ਕਰ ਦਿੱਤੀ। ਪਰ ਉਸ ਤੋਂ ਪਹਿਲਾਂ ਉਹ ਖਿਮਾ ਮੰਗਦਾ ਰਿਹਾ ਹਰ ਵੇਲੇ। ਉਹਨਾਂ ਦੇ ਗ੍ਰੰਥਾਂ 'ਚ ਜ਼ਿਕਰ ਆਉਂਦਾ ਹੈ, ਚਾਨਾ ਹਰ ਵੇਲੇ ਜਵਾਬ ਖਿਮਾ ਮੰਗਦਾ ਰਿਹਾ ਮਹਾਤਮਾ ਬੁੱਧ ਕੋਲੋਂ ਕਿ ਮੈਂ ਤੁਹਾਡੇ ਪਿਤਾ ਦੀ ਆਗਿਆ, ਪਰ ਫਿਰ ਵੀ ਮੈਂ ਤੁਹਾਨੂੰ ਦੱਸਦਾ। ਉਹ ਕਹਿਣ ਲੱਗਾ ਇਹ ਤੁਹਾਡੇ ਵਾਂਗ ਨੌਜਵਾਨ ਸੀ, ਇਹਦੀ ਜੀਵਨ ਦੀ ਅਵਸਥਾ ਬੀਤ ਗਈ, ਹੁਣ ਬਿਰਧ ਹੋ ਗਿਆ। ਕਹਿੰਦਾ ਇਸ ਕਰਕੇ ਬਜ਼ੁਰਗੀ ਹੋ ਗਿਆ, ਜਰਾ ਰੋਗ ਆ ਗਿਆ। ਤਾਂ ਇਸੇ ਪ੍ਰਕਾਰ ਫਿਰ ਅਗਲਾ ਦ੍ਰਿਸ਼ ਦੇਖਿਆ, ਇੱਕ ਅਰਥੀ ਜਾ ਰਹੀ ਸੀ। ਤਾਂ ਕਹਿਣ ਲੱਗਾ ਇਹ ਕੌਣ ਹੈ ਜਿਹਦੇ ਅੱਗੇ ਵੀ ਇੰਨੇ ਰੋ ਰਹੇ ਨੇ, ਮਗਰ ਵੀ ਰੋ ਨੇ, ਅਤੇ ਜਿਹੜਾ ਉੱਪਰ ਹੈ ਉਹ ਲੇਟਿਆ ਹੋਇਆ। ਉਹ ਕਹਿਣ ਲੱਗਾ ਇਹ ਮੁਰਦਾ ਹੈ, ਪਹਿਲਾਂ ਇਹ ਰੋਗੀ ਹੋਇਆ,
ਫਿਰ ਇਹਨੂੰ ਜਰਾ ਰੋਗ ਆਇਆ ਤੇ ਹੁਣ ਇਸ ਸੰਸਾਰ ਤੋਂ ਚਲਿਆ ਗਿਆ। ਕਹਿੰਦਾ ਰੋਂਦੇ ਕਿਉਂ ਨੇ? ਕਹਿੰਦਾ ਮੋਹ ਕਰਕੇ ਰੋਂਦੇ ਨੇ, ਕੋਈ ਨਾ ਕੋਈ ਗਰਜ ਪੂਰੀ ਹੁੰਦੀ ਸੀ, ਕੋਈ ਨਾ ਕੋਈ ਸੰਸਾਰਿਕ ਸੰਬੰਧ ਸਨ ਤਾਂ ਰੋਂਦੇ ਨੇ। ਫਿਰ ਇੱਕ ਅੱਗੇ ਦੇਖਿਆ, ਇੱਕ ਹੋਰ ਬੰਦਾ ਦੇਖਿਆ ਜਿਹੜਾ ਬਜ਼ੁਰਗ ਸੀ, ਪਰ ਉਹਦੇ ਚਿਹਰੇ 'ਤੇ ਇੱਕ ਅਲੌਕਿਕ ਤਰ੍ਹਾਂ ਦਾ ਆਨੰਦ ਸੀ। ਤੇ ਮਹਾਤਮਾ ਬੁੱਧ ਕਹਿਣ ਲੱਗੇ ਇਹ ਕਿਹੜਾ ਬੰਦਾ? ਇਹ ਬਜ਼ੁਰਗ ਵੀ ਹੈ, ਇਹ ਸਾਰਾ ਕੁਝ ਲੱਗਦਾ, ਪਰ ਇਹਦੇ ਚਿਹਰੇ 'ਤੇ ਬੜੀ ਖੁਸ਼ੀ ਹੈ। ਕਹਿਣ ਲੱਗੇ ਇਹ ਸੰਨਿਆਸੀ ਹੈ ਜਿਹਨੇ ਸੰਸਾਰ ਨੂੰ ਛੱਡਦਾ ਤੇ ਗਿਆਨ ਦੀ ਸਾਧਨਾ ਕਰਕੇ, ਧਿਆਨ ਸਾਧਨਾ ਕਰਕੇ ਆਪਣੇ ਜੀਵਨ ਦੇ ਅਸਲ ਭੇਦ ਨੂੰ ਪਾਲਿਆ ਹੈ, ਅਤੇ ਉਸ ਭੇਦ ਕਰਕੇ ਇਹਦਾ ਬੁਢਾਪਾ ਵੀ, ਇਹਦਾ ਹੋਣ ਵਾਲਾ ਜੀਵਨ ਵੀ ਆਨੰਦ ਭਰਿਆ ਹੈ। 4 ਦ੍ਰਿਸ਼ ਦੇਖੇ, 4 ਦ੍ਰਿਸ਼ਾਂ ਤੋਂ ਜਾਗੇ ਮਹਾਤਮਾ ਬੁੱਧ ਉਸ ਦਿਨ ਤੋਂ ਨਿਰਣਾ ਕਰ ਲਿਆ ਕਿ ਜਿਹੜਾ ਮੈਨੂੰ ਪ੍ਰਾਪਤ ਜੀਵਨ ਹੈ ਇਹਨੂੰ ਨਹੀਂ ਭੋਗਾਂਗਾ। ਤਾਂ ਜੇ ਇੰਨਾ ਜਾਣ ਕੇ ਬੈਠੇ ਹੀ ਸਨ, ਉਹਨੇ 'ਚ ਇਹਨੂੰ ਇੱਕ ਨੌਕਰ ਭੱਜਿਆ, ਕਹਿਣ ਲੱਗਾ ਤੁਹਾਡੇ ਘਰੇ ਪੁੱਤਰ ਪੈਦਾ ਹੋਇਆ। ਮਹਾਤਮਾ ਬੁੱਧ ਦੇ ਮੂੰਹ ਸੁਭਾਵਕ ਨਿਕਲਿਆ ਰਾਹੂ। ਰਾਹੂ ਦਾ ਅਰਥ ਹੁੰਦਾ ਬੰਧਨ, ਉਹਦੇ ਤੋਂ ਹੀ ਉਹਦਾ ਨਾਮ ਰਾਹੁਲ ਰੱਖਿਆ ਗਿਆ ਉਹਨਾਂ ਦੇ ਪੁੱਤਰ ਦਾ। ਫਿਰ ਉਸ ਰਾਤ ਮਹਾਤਮਾ ਬੁੱਧ ਨੇ ਆਪਣੇ ਸਾਰੇ ਰਾਜ ਭਾਗ ਨੂੰ ਤਿਲਾਂਜਲੀ ਦੇ ਕੇ ਅਤੇ ਆਰਾਮ ਦੇ ਨਾਲ ਆਪਣੀ ਧਿਆਨ ਸਾਧਨਾ, ਆਪਣੇ ਜੀਵਨ ਦੇ ਅਰਥਾਂ ਦੀ ਤਲਾਸ਼ ਦੇ ਲਈ ਚਲੇ ਗਏ। ਅਸੀਂ ਵੀ ਬੜੇ ਰੋਗੀ ਦੇਖੇ ਨੇ, ਬੜੇ ਮ੍ਰਿਤਕ ਦੇਖੇ ਨੇ, ਬੜੇ ਬਜ਼ੁਰਗ ਦੇਖਦੇ ਹਾਂ, ਪਰ ਜੀਵਨ ਦੇ ਅਰਥਾਂ ਦੀ ਤਲਾਸ਼ ਕਿਸੇ ਅੰਦਰ ਨਹੀਂ, ਜੀਵਨ ਦੇ ਜਾਗਣ ਦਾ ਪੱਧਰ ਕਿਸੇ ਦਾ ਨਹੀਂ ਪੈਦਾ ਹੁੰਦਾ। ਇਸ ਕਰਕੇ ਕਿਸੇ ਬਜ਼ੁਰਗ ਨੂੰ ਦੇਖ ਕੇ ਸਮਝਦੇ ਇਹੀ ਬੁੱਢਾ ਹੋਇਆ, ਮੈਂ ਥੋੜ੍ਹਾ ਹੋਣਾ ਹੈ, ਇਹਦਾ ਹੀ ਲੱਕ ਕੁੱਬਾ ਹੋਇਆ, ਮੇਰਾ ਥੋੜ੍ਹਾ ਹੋਣਾ ਹੈ। ਇਸ ਕਰਕੇ ਮਤਲਬ ਜੀਵਨ ਦਾ ਹਰ ਪੱਖ ਚੇਤਾਉਣ ਲਈ ਹੈ। ਜਾਗਣਾ ਹੋਵੇ ਤਾਂ ਬੰਦਾ ਹਰੇਕ ਅਵਸਥਾ 'ਤੇ ਜਾਗ ਸਕਦਾ ਹੈ। ਜੇ ਅੱਜ ਸਾਡਾ ਜੀਵਨ ਇੰਨੇ ਘੋਰ ਚਿੰਤਾਵਾਂ ਤਣਾਵਾਂ ਦੇ ਨਾਲ ਭਰਿਆ ਅਤੇ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਰੱਬ ਨੇ ਦੁਨੀਆ ਭਰ ਦੇ ਦੁੱਖ ਸਾਡੇ ਹਿੱਸੇ ਪਾਏ ਨੇ, ਤਾਂ ਇੱਕ ਬੱਚੇ ਦੀ ਮੁਸਕਾਨ ਦੇਖ ਲਈਏ ਅਤੇ ਉਹਦੇ ਤੋਂ ਵੀ ਪੈਗਾਮ ਮਿਲਦਾ ਹੈ ਕਿ ਤੈਨੂੰ ਰੋਣ ਕਰਲਾਉਣ ਦੇ ਲਈ ਨਹੀਂ, ਤੈਨੂੰ ਤਾਂ ਮਾਲਕ ਨੇ ਬੇਪਰਵਾਹੀ ਦੇ ਖਜ਼ਾਨੇ ਦੇ ਕੇ ਭੇਜਿਆ ਸੀ। ਵੱਖਰੀ ਗੱਲ ਹੈ ਤੂੰ ਉਸ ਬੇਪਰਵਾਹੀ ਨੂੰ ਬੰਦਗੀ ਦੇ ਨਾਲ, ਸ਼ੁਭ ਗੁਣਾਂ ਦੇ ਨਾਲ ਜਾਂ ਜੀਵਨ ਦੀ ਉੱਚਤਮ ਕਰਨੀ ਦੇ ਨਾਲ ਨਹੀਂ ਸਵਾਰਿਆ। ਇਸ ਕਰਕੇ ਅੱਜ ਤੂੰ ਝੋਰਿਆਂ, ਛਿੱਕਿਆਂ, ਗਲਾਂ ਸ਼ਿਕਵਿਆਂ ਦੇ ਨਾਲ ਭਰਿਆ ਹੋਇਆ। ਇੱਕ ਨੌਜਵਾਨ ਦੇ ਅੰਦਰ ਉਹਦੇ ਕਾਮ ਦੀ ਇੰਨੀ ਦੌੜ ਚੱਲ ਰਹੀ ਵਿਕਾਰਾਂ ਦੀ, ਅਤੇ ਉਹਨੂੰ ਇੱਕ ਬਜ਼ੁਰਗ ਵੀ ਚੇਤਾ ਕਰਾ ਰਿਹਾ ਕਿ ਸਰੀਰ ਦੇ ਜਿਸ ਤਾਣ ਦਾ ਅੱਜ ਗੁਮਾਨ ਹੈ ਅਤੇ ਮਾੜੇ ਕਰਮ ਕਰਨ ਲੱਗਿਆਂ ਵੀ ਕੋਈ ਚਿੰਤਾ ਨਹੀਂ ਉਪਜਦੀ। ਜਦੋਂ ਸਰੀਰ ਦਾ ਕਰਮ ਬਾਲਕ ਢਲ ਗਿਆ ਤਾਂ ਇਹੀ ਵਿਕਾਰ ਜੰਮ ਰੂਪ ਬਣ ਕੇ ਤੈਨੂੰ ਸਤਾਉਣਗੇ। ਅੱਜ ਕਿਉਂਕਿ ਜੋਸ਼ ਹੈ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੀ ਅਚੇਤਤਾ ਦੇ ਵਿੱਚ ਪਿਆ ਹੋਇਆ ਬੰਦਾ ਕਬੀਰ ਕਾਲ ਕਰੰਤਾ, ਉਹ ਕਹਿੰਦਾ ਕੱਲ੍ਹ ਕਰਾਂਗੇ ਯਤਨ। ਇਸ ਕਰਕੇ ਜੀਵਨ ਤਾਂ ਕਰਕੇ ਮੈਂ ਅਕਸਰ ਕਈ ਵਾਰੀ ਬੇਨਤੀ ਕੀਤੀ ਹੈ ਕਿ ਕਥਾ ਕੀਰਤਨ ਦੀ ਕੋਈ ਤਲਾਸ਼ ਬਣਾਓ, ਕਿ ਆਪਣੇ ਮਨ ਦੇ ਪੱਧਰ 'ਤੇ ਹੀ, ਜਿਵੇਂ ਗੁਰਬਾਣੀ 'ਚ ਮਨ ਦਾ ਬੜਾ ਜ਼ਿਕਰ ਆਉਂਦਾ ਹੈ। ਹੁਣ ਕਿਸੇ ਨੂੰ ਕਹਿ ਦਿੱਤਾ ਜਾਵੇ ਕਿ ਆਪਣੇ ਮਨ ਦਾ ਰੂਪ ਦੱਸ ਕਿਹੋ ਜਿਹਾ, ਤਾਂ ਉਹਨੂੰ ਪਤਾ ਹੀ ਨਹੀਂ ਲੱਗੇਗਾ ਕੀ ਹੈ। ਬਸ ਉਹ ਇੰਨਾ ਕਹਿੰਦਾ ਵੱਸ ਵਿੱਚ ਨਹੀਂ ਹੈ। ਕਿਹਦੇ ਕਰਕੇ ਵੱਸ ਵਿੱਚ ਨਹੀਂ ਹੈ? ਕਿਹੜੀਆਂ ਬਿਰਤੀਆਂ ਭਾਰੂ ਨੇ? ਕਿਹੜਾ ਖਾਸ ਕੋਈ ਵਿਕਾਰ ਹੈ ਜਿਹੜਾ ਮੇਰਾ ਮਨ ਨੂੰ ਬਾਰ-ਬਾਰ ਆਪਣੀ ਤਰਫ ਲਿਜਾਂਦਾ ਹੈ? ਜਾਂ ਮਨ ਨੂੰ ਸਾਧਨ ਦੇ ਜਿਹੜੇ ਯਤਨ ਕੀਤੇ ਨੇ ਉਹਨਾਂ ਨੇ ਕਿੰਨਾ ਕੁ ਮਨ ਨੂੰ ਸਾਧਿਆ ਹੈ? ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬਹਿ ਕਰ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ। ਇਸ ਇੱਕ ਕੋਈ ਜਗਿਆਸੂ ਕਿਸੇ ਮਹਾਤਮਾ ਕੋਲ ਚਲਿਆ ਗਿਆ। ਉਹ ਕਹਿਣ ਲੱਗਾ ਮੈਨੂੰ ਅਧਿਆਤਮ ਦੀ ਸੋਝੀ ਦਿਓ। ਉਹ ਕਹਿੰਦਾ ਕੱਲ੍ਹ ਆਵੀਂ। ਉਹ ਅਗਲੇ ਦਿਨ ਗਿਆ। ਉਹ ਕਹਿਣ ਲੱਗਾ ਕੱਲ੍ਹ ਆਵੀਂ। ਉਹ ਫਿਰ ਅਗਲੇ ਦਿਨ ਗਿਆ। ਉਹ ਕਹਿੰਦਾ ਕੱਲ੍ਹ ਆਵੀਂ। ਉਹ ਕਹਿੰਦਾ ਜੀ ਮੈਂ ਤੁਸੀਂ ਕੱਲ੍ਹ ਕਿਹਾ ਸੀ। ਮੈਂ ਕਹਿੰਦਾ ਇਹ ਅੱਜ ਹੈ, ਮੈਂ ਤੈਨੂੰ ਕੱਲ੍ਹ ਆਉਣ ਲਈ ਕਿਹਾ ਸੀ। ਉਹ ਬੜੇ ਦਿਨ 'ਚ ਆਉਂਦਾ ਰਿਹਾ। ਫਿਰ ਉਹਨੂੰ ਬੜੇ ਦਿਨਾਂ ਬਾਅਦ ਪਤਾ ਲੱਗਾ ਕਿ ਕੱਲ੍ਹ ਤਾਂ ਆ ਹੀ ਨਹੀਂ ਰਿਹਾ। ਜਿਹਨੂੰ ਮੈਂ ਕੱਲ੍ਹ ਕਹਿੰਦਾ ਉਹ ਅੱਜ ਬਣ ਜਾਂਦਾ ਹੈ, ਜਿਹਨੂੰ ਮੈਂ ਅੱਜ ਕਹਿੰਦਾ ਉਹ ਬੀਤਿਆ ਬਣ ਜਾਂਦਾ ਹੈ। ਇਹਦਾ ਮਤਲਬ ਹੈ ਕਿ ਮੈਨੂੰ ਸਮਾਂ ਹਰ ਵੇਲੇ ਦੱਸ ਰਿਹਾ ਕਿ ਤੂੰ ਸਮੇਂ ਦੇ ਕਿਸੇ ਕੇਂਦਰ 'ਤੇ ਵੀ ਨਹੀਂ ਠਹਿਰ ਸਕੇਂਗਾ। ਜਿਵੇਂ ਦਿਨ ਦਾ ਆਰੰਭ ਹੁੰਦਾ ਹੈ ਅਤੇ ਮਨੁੱਖ ਕਹੇਗਾ ਕਿ ਜੀ ਸਵੇਰ ਹੈ, ਸਵੇਰ ਦੇ ਕੁਝ ਘੰਟੇ ਨੂੰ ਦੁਪਹਿਰ, ਮਨੁੱਖ ਕਹੇਗਾ ਦੁਪਹਿਰ, ਉਹ ਸ਼ਾਮ ਦੇ ਹੋ ਜਾਂਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ। ਇਸ ਕਰਕੇ ਸਮਾਂ ਸਰਕੂਲਰ, ਕਦੀ ਹੁਣ ਤਾਂ ਚਲੋ ਸਮਾਂ ਬਦਲ ਗਿਆ। ਜਿਹੜੀ ਘੜੀ ਗੋਲ ਕਿਉਂ ਬਣਾਈ ਗਈ? ਪਹਿਲੀ ਘੜੀ ਗੋਲ ਹੀ ਬਣੀ ਸੀ। ਉਹਦਾ ਮਤਲਬ ਸੀ ਕਿ ਸਮਾਂ ਜਿਹੜਾ ਹੈ ਸਰਕੂਲੇਟਰ ਹੈ। ਜਿਵੇਂ ਹੁਣ ਜਿਹੜਾ ਗੋਲ ਦਾ ਕੋਈ ਕੇਂਦਰ ਧਰਤੀ 'ਤੇ ਬਣਦਾ ਹੀ ਨਹੀਂ ਹੈ। ਗੋਲ ਜੇ ਧਰਤੀ 'ਤੇ ਟਿਕੇਗਾ ਵੀ ਤਾਂ ਬੜਾ ਥੋੜ੍ਹਾ ਜਿਹਾ ਭਾਗ ਲਏਗਾ। ਜਿਹੜੀ ਚੌਰਸ ਚੀਜ਼ ਹੈ ਉਹ ਜ਼ਿਆਦਾ ਥਾਂ ਲਏਗੀ। ਇਹ ਵੀ ਇੱਕ ਮਤਲਬ ਮਨੋਵਿਗਿਆਨਕ ਨੁਕਤਾ ਹੈ ਕਿ ਉਹਨੂੰ ਸਰਕਲ ਕਿਉਂ ਬਣਾਇਆ ਗਿਆ ਕਿ ਜੀਵਨ ਤੇਰਾ ਜਿਹੜਾ ਸਮੇਂ ਦਾ ਵਹਿਣ ਹੈ ਉਹ ਲਗਾਤਾਰ ਚੱਲਣ ਵਾਲਾ ਹੈ ਅਤੇ ਇਹਦੀ ਕੋਈ ਨਿਸ਼ਚਿਤਤਾ ਨਹੀਂ ਤੂੰ ਬਣਾ ਸਕੇਂਗਾ। ਇਸ ਕਰਕੇ ਇਹਦੀ ਨਿਸ਼ਚਿਤਤਾ ਨਹੀਂ ਬਣਨੀ। ਇਸ ਕਰਕੇ ਇਹਦੇ ਸਰਕੂਲਰ ਦੇ ਵਿੱਚ ਰਹਿ।
ਤਾਂ ਕਰਕੇ ਤਿੰਨ ਅਵਸਥਾ ਦਾ ਬਿਆਨ ਇਕੱਠਾ ਹੁੰਦਾ ਹੈ ਕਿ ਕਿਸੇ ਅਵਸਥਾ 'ਤੇ ਜਾਗੇ। ਹੁਣ ਇਸ ਪ੍ਰਕਾਰ ਹੁਣ ਮਨੁੱਖ ਕਹੇਗਾ ਕਾਲ ਕਰੰਤਾ ਕੱਲ੍ਹ ਕਰ ਲਵਾਂਗੇ, ਕਿਉਂ ਕਰੀਏ, ਜਾਂ ਇਸ ਗੱਲ ਨੂੰ ਕਿਉਂ ਕਹਿੰਦਾ ਮਨੁੱਖ। ਦਰਅਸਲ ਗੱਲ ਕੀ ਹੈ ਕਿ ਜਦੋਂ ਮਨੁੱਖ ਦੇ ਅੰਦਰ ਜੀਵਨ ਦੀ ਤਲਾਸ਼ ਹੁੰਦੀ ਹੈ, ਜਦੋਂ ਜੀਵਨ ਦੇ ਅਰਥਾਂ ਦਾ ਪਤਾ ਲੱਗ ਜਾਂਦਾ ਹੈ, ਫਿਰ ਮਨੁੱਖ ਅਧਿਆਤਮਿਕ ਅਰਥ ਜਿਹੜੇ ਹਨ ਪ੍ਰਾਪਤ ਕਰਨੇ ਸ਼ੁਰੂ ਕਰ ਦਿੰਦਾ ਹੈ। ਅਤੇ ਜਿਹੜਾ ਮਨੁੱਖ ਅਧਿਆਤਮਿਕ ਅਰਥ ਪ੍ਰਾਪਤ ਕਰਨੇ ਸ਼ੁਰੂ ਕਰ ਦਿੰਦਾ ਹੈ, ਉਹੀ ਕਥਾ ਸੁਣਦਾ ਹੈ, ਉਹੀ ਗੁਰਬਾਣੀ ਪੜ੍ਹਦਾ ਅਤੇ ਉਹੀ ਆਪਣੇ ਜੀਵਨ ਦੇ ਵਿੱਚ ਚਿੰਤਨ ਕਰਦਾ, ਦੂਜਾ ਨਹੀਂ ਕਰ ਸਕਦਾ। ਦੂਜਾ ਜੇ ਕਰੇਗਾ ਵੀ ਉਹਦੇ ਅਰਥ ਕੁਝ ਹੋਰ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬ ਕਬ ਹੈ ਕਰ। ਇਸ ਕਰਕੇ ਜਿਹੜਾ ਤੇਰੇ ਕੋਲ ਮੌਕਾ ਹੈ, ਕਿਉਂਕਿ ਤੈਨੂੰ ਜੀਵਨ ਸਵਾਰਨ ਦੇ ਲਈ ਮਿਲਿਆ ਹੈ, ਜੀਵਨ ਦੀ ਅਮੋਲਕਤਾ ਮਿਲੀ ਹੈ, ਇਹਦੇ ਨਾਲ ਕੋਈ ਵੱਡਾ ਅਰਥ ਗ੍ਰਹਿਣ ਕਰ ਜਾ। ਹੁਣ ਮੈਂ ਇੱਕ ਦਿਨ ਕਿਸੇ ਮਹਾਤਮਾ ਦੀ ਜੀਵਨੀ ਪੜ੍ਹ ਰਿਹਾ ਸਾਂ, ਉਹਨੇ ਆਪਣਾ ਜੀਵਨ ਦਾ ਅਨੁਭਵ ਇੱਕ ਪੈਰੇ 'ਚ ਦੱਸਿਆ। ਕਹਿਣ ਲੱਗਾ ਕਿ ਜ਼ਿੰਦਗੀ ਦਾ ਖਾਲੀ ਭਾਂਡਾ ਬਚਪਨ ਸੀ। ਕਹਿੰਦਾ ਸਮੇਂ ਸਿਰ ਮੇਰੇ ਮਾਂ ਪਿਓ ਨੇ ਉਹਦੇ ਵਿੱਚ ਚੰਗੇ ਭਗਤੀ ਦੇ ਸੰਸਕਾਰ ਪਾ ਦਿੱਤੇ ਅਤੇ ਜਵਾਨੀ ਤੱਕ ਆਉਂਦਿਆਂ ਉਹਨਾਂ ਸੰਸਕਾਰਾਂ ਦਾ ਪੂਰਾ ਪਤਾ ਲੱਗ ਗਿਆ, ਅਮਲ ਬਣ ਗਿਆ ਸੀ। ਕਹਿੰਦਾ ਫਿਰ ਜਵਾਨੀ ਦੇ ਵਿੱਚ ਪੂਰਾ ਜ਼ੋਰ ਲਾ ਕੇ ਉਹ ਕਰਮ ਕਮਾਏ, ਜਿੰਨਾ ਵੀ ਤਾਣ ਸੀ, ਮਤਲਬ ਸੇਵਾ ਹੋ ਸਕਦੀ ਸੀ, ਕਈ ਘੰਟੇ ਸੇਵਾ ਕੀਤੀ, ਚੌਂਕੜਾ ਮਾਰ ਕੇ ਬਾਣੀ ਪੜ੍ਹ ਸਕਦਾ ਸਾਂ, ਕਈ ਘੰਟੇ ਬਾਣੀ ਪੜ੍ਹੀ। ਕਹਿੰਦਾ ਪੂਰੀ ਕਮਾਈ ਕੀਤੀ ਆਪਣੀ ਜਵਾਨੀ 'ਚ ਰੱਜ ਕੇ। ਅਤੇ ਕਹਿੰਦਾ ਜਿਹੜਾ ਜੀਵਨ ਦਾ ਅਗਲਾ ਪੜਾਅ ਆਇਆ, ਫਿਰ ਉਹ ਧਨ ਨੇ ਇੰਨਾ ਸੁੱਖ ਪੈਦਾ ਕੀਤਾ, ਇੰਨਾ ਜ਼ਿਆਦਾ ਪੈਦਾ ਕੀਤਾ। ਕਹਿੰਦਾ ਜਦੋਂ ਤੱਕ ਮੇਰਾ ਬੁਢਾਪਾ ਹੈ, ਹੁਣ ਮੇਰੇ ਕੋਲ ਸੁੱਖ ਹੀ ਇੰਨਾ ਹੈ ਕਿ ਉਹ ਘੱਟ ਹੀ ਨਹੀਂ ਰਿਹਾ। ਕਹਿੰਦਾ ਕਿਉਂ, ਮੇਰੇ ਕੋਲ ਬੁਢਾਪੇ 'ਚ ਸੁੱਖ ਕਿਉਂ ਹੈ? ਕਿਉਂਕਿ ਮੈਂ ਜੀਵਨ ਦੇ ਪਹਿਲੇ ਪੱਧਰ 'ਤੇ ਜਾ ਗਿਆ। ਅਤੇ ਜਿਨ੍ਹਾਂ ਕੋਲ ਬੁਢਾਪੇ 'ਚ ਤੌਖਲੇ ਹੁੰਦੇ ਨੇ, ਡਰ ਹੁੰਦੇ ਨੇ, ਉਹ ਕਿਉਂ ਹੁੰਦੇ ਨੇ? ਉਹ ਜੀਵਨ ਦੇ ਉਸ ਪੱਧਰ 'ਤੇ ਆ ਕੇ ਜਾਗਣਾ ਚਾਹੁੰਦੇ ਨੇ ਜਦੋਂ ਜੀਵਨ ਦਾ ਬਹੁਤ ਅਮੋਲਕਤਾ ਜਿਹੜੀ ਹੱਥੋਂ ਜਾ ਚੁੱਕੀ ਹੁੰਦੀ। ਇਸੇ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਦੇ ਨਾ ਵਾਕ ਹੈ, ਕਈ ਵਾਰੀ ਬਾਣੀ ਦਾ ਇੱਕ ਆਪਣਾ ਹੀ ਆਨੰਦ ਹੈ ਜਿਹੜਾ ਕੋਈ ਆਲੇ ਦੁਆਲੇ ਵਿਸ਼ਿਆਂ 'ਚੋਂ ਨਹੀਂ ਲੱਭਦਾ, ਭਾਵੇਂ ਅਸੀਂ ਵੀ ਹਜ਼ਾਰਾਂ ਕਿਤਾਬਾਂ ਪੜ੍ਹਦੇ ਹਾਂ, ਉਹ ਨਹੀਂ ਆਉਂਦਾ ਉਹਦੇ ਵਿੱਚੋਂ। ਤਾਂ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਕਹਿੰਦੇ ਚੱਬਣ ਬੜੇ ਜਿਹੜੇ ਕਠੋਰ ਫਲ ਸੀ, ਉਹਨਾਂ ਨੂੰ ਵੀ ਮਨੁੱਖ ਮਿੰਟ ਦੇ ਵਿੱਚ ਆਪਣੇ ਦੰਦਾਂ ਦੇ ਨਾਲ ਪੱਧਰੇ ਕਰਕੇ ਉਹਦਾ ਬਣਾ ਦਿੰਦਾ ਸੀ ਸਾਰਾ ਚੂਰ ਭੂਰ। ਕਹਿੰਦੇ ਚੱਲਣ, ਇਹਨਾਂ ਪੈਰਾਂ ਦੇ ਲੱਤਾਂ ਦੇ ਨਾਲ ਚੱਲ ਕੇ ਬੜੀਆਂ ਦੂਰ ਤੱਕ ਯਾਤਰਾਵਾਂ ਕਰ ਆਇਆ। ਰਤਨ ਕਹਿੰਦੇ ਇਹਨਾਂ ਨੇਤਰਾਂ ਦੇ ਨਾਲ ਹਰੇਕ ਨੂੰ ਕਿਲੋਮੀਟਰ ਤੋਂ ਪਛਾਣ ਲੈਂਦਾ ਸੀ। ਸੁਣੀਅਰ, ਜਿਨ੍ਹਾਂ ਨੂੰ ਕਹਿੰਦੇ ਨਿੱਕੀ ਆਵਾਜ਼ ਪਤਾ ਲੱਗ ਜਾਂਦੀ ਸੀ, ਕਹਿੰਦੇ ਬਹਿ ਗਏ, ਰਹਿ ਗਏ ਨੇ ਹੁਣ ਇਸੇ ਪੱਧਰ ਜੋਗੇ। ਹੇੜੇ ਮੁੱਤੀ ਤਾਹਾ ਸੇ ਜਾਨੀ ਚੱਲ ਗਏ। ਤਾਂ ਭਗਤ ਕਬੀਰ ਸਾਹਿਬ ਇਸੇ ਪ੍ਰਕਾਰ ਇਹ ਜੀਵਨ ਦੇ ਚੇਤਨ ਦਾ ਹੈ। ਰੋਜ਼ਾਨਾ ਉਹ ਇੱਕ ਪੱਛਮ ਦਾ ਇੱਕ ਮਨੋਵਿਸ਼ਲੇਸ਼ਕ ਹੈ, ਉਹ ਕਹਿੰਦਾ ਜੀਵਨ 'ਚ ਰੋਜ਼ਾਨਾ ਜਾਗਣਾ ਹੋਵੇ ਨਾ ਤਾਂ ਸਵੇਰੇ ਉੱਠ ਕੇ ਆਪਣੇ ਮੂੰਹ 'ਤੇ ਹੱਥ ਫੇਰ ਲੈਣਾ ਚਾਹੀਦਾ। ਕਹਿੰਦਾ ਕਿਉਂ? ਕਹਿੰਦਾ ਜਿਹੜੀ ਚਮੜੀ ਦੇ ਕੱਸੇ ਹੋਣ ਦਾ ਅਹਿਸਾਸ ਜਵਾਨੀ 'ਚ ਹੁੰਦਾ ਨਾ, ਉਹ ਬੁਢਾਪੇ 'ਚ ਨਹੀਂ ਹੁੰਦਾ। ਪਤਾ ਲੱਗ ਜਾਂਦਾ ਹੈ ਕਿ ਸਰੀਰ ਦਾ ਬਲ ਢਲ ਰਿਹਾ ਹੈ ਅਤੇ ਜਿਹੜਾ ਕੁਝ ਮਕਸਦ ਮਿੱਥਿਆ ਹੋਇਆ ਉਹਦਾ ਯਤਨ ਜ਼ਿਆਦਾ ਤੇਜ਼ ਕਰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬ ਹੈ ਕਰ। ਗੁਰੂ ਨਾਨਕ ਸਾਹਿਬ ਜੀ ਨੇ, ਉਹ ਆਪ ਜੀ ਨੇ ਸੁਣਿਆ ਹੋਵੇਗਾ ਜ਼ਿਕਰ, ਕਿ ਸੂਈ ਦੇ ਦਿੱਤੀ ਸੀ ਅਤੇ ਉਹਨੂੰ ਕਹਿ ਦਿੱਤਾ ਸੀ ਕਿ ਅਗਲੇ ਜਹਾਨ ਲੈਵਾਂਗੇ। ਉਹਦੀ ਪਤਨੀ ਨੇ ਚੇਤਾ ਕਰਾਇਆ ਕਿ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ। ਇਸ ਕਰਕੇ ਹੁਣ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਅੱਜ ਹੋ ਸਮਝ ਕਛ ਬਿਗੜਿਓ ਨਾ ਹਨ, ਕਿ ਅੱਜ ਦੇ ਵਿੱਚ ਹੀ ਕਿਉਂ, ਹੁਣ ਇਹ ਅੱਜ ਕਿਉਂ ਕਿਹਾ, ਇਹਦਾ ਵੀ ਇੱਕ ਕਾਰਨ ਹੈ ਕਿ ਇਹੀ ਤੁਹਾਡੀ ਪਕੜ 'ਚ ਹੈ। 8 ਵਜੇ ਤੋਂ, ਜਦੋਂ 8 ਵੱਜ ਗਏ, 8 ਵਜੇ ਤੋਂ ਪਿਛਲਾ ਸਮਾਂ ਜੋ ਮਰਜ਼ੀ ਕਰ ਲਓ ਤੁਹਾਡੀ ਪਕੜ 'ਚ ਨਹੀਂ ਆਉਣਾ। ਜੋ ਮਰਜ਼ੀ ਕਰ ਲਓ, ਭਾਵੇਂ ਤੁਸੀਂ ਕਰੋੜਪਤੀ ਹੋਵੋ, ਅਰਬਪਤੀ ਹੋਵੋ। ਇਸ ਕਰਕੇ ਵਰਤਮਾਨ ਹੀ ਤੁਹਾਡੇ ਵਿੱਚ ਹੈ। ਵਰਤਮਾਨ ਵੀ 1 ਸੈਕਿੰਡ ਦਾ ਹੈ, ਵਰਤਮਾਨ ਕੋਈ ਘੰਟਿਆਂ ਦਾ ਨਹੀਂ ਹੈ। ਆਹ ਪਲ ਹੁਣੇ ਬੀਤ ਗਿਆ, ਬੀਤਿਆ ਹੋ ਗਿਆ। ਅਤੇ ਜਿਹੜਾ ਬੀਤਿਆ ਉਸ ਤੁਹਾਨੂੰ ਫਿਰ ਇਸ ਕਰਕੇ ਇਹਨੂੰ ਮਹਾਤਮਾ ਉਹਨਾਂ ਨੇ ਨੁਕਤਾ ਬਣਾਇਆ ਬੁੱਧ ਮੱਤ ਵਾਲਿਆਂ ਨੇ, ਕਿ ਵਰਤਮਾਨ ਦੇ ਉੱਪਰ ਤਾਂ ਕੇਂਦਰਿਤ ਰਹੋ ਕਿ ਜਿਹੜਾ ਵਰਤਮਾਨ ਹੈ ਇਹ ਬਹੁਤ ਛੋਟਾ ਹੈ, ਇਹਦੇ 'ਤੇ ਟਿਕਣਾ ਹੀ ਔਖਾ ਹੈ। ਇਸ ਕਰਕੇ ਤਾਂ ਕਰਕੇ ਬੰਦਾ ਅੱਗੇ ਪਿੱਛੇ ਦੇ ਹਵਾਲੇ ਜਿਹੇ ਬਣਾਉਂਦਾ ਹੁੰਦਾ। ਵਰਤਮਾਨ 'ਤੇ ਟਿਕੋਗੇ ਅਤੇ ਵਰਤਮਾਨ ਦੇ ਵਿੱਚ ਜੇ ਸ਼ੁਭ ਕਰਮ ਰਹੇਗਾ, ਜੇ ਜਾਗੇ ਰਹੋਗੇ, ਅਤੇ ਵਰਤਮਾਨ 1 ਸੈਕਿੰਡ ਬਾਅਦ ਹੀ ਬੀਤਿਆ ਹੋ ਜਾਣਾ ਹੈ। ਅਤੇ ਜਦੋਂ ਉਹ ਬੀਤੇ ਦਾ ਦੁਬਾਰਾ ਤੁਹਾਨੂੰ ਯਾਦ ਆਏਗੀ, ਅਤੇ ਜੇ ਤੁਹਾਡਾ ਵਰਤਮਾਨ ਜਾਗਿਆ ਰਹੇਗਾ ਅਤੇ ਬੀਤੇ ਦਾ ਤੌਖਲਾ ਨਹੀਂ ਪੈਦਾ ਹੋਏਗਾ, ਅਤੇ ਜਿਹੜਾ ਵਰਤਮਾਨ ਦਾ ਯਤਨ ਹੈ, ਜਿਵੇਂ ਇਸ ਪਲ ਦੇ ਵਿੱਚ ਤੁਸੀਂ ਕਰਮ ਕੀਤਾ ਬੰਦਗੀ ਦਾ,
ਹੋ ਸਕਦਾ ਤਾਂ ਉਹ ਕਰਮ ਤੁਹਾਡਾ ਬੰਦਗੀ ਕਿਰਪਾ ਦਾ ਪਾਤਰ ਬਣ ਜਾਏ ਅਤੇ ਬਾਕੀ ਸਾਰੇ ਪਲ ਜਿਹੜੇ ਹਨ ਉਹ ਤੁਹਾਡੀ ਬਖਸ਼ਿਸ਼ ਦੇ ਪਾਤਰ ਹੋ ਕੇ ਆਪਣੇ ਆਪ ਹੀ ਸਾਧਨਾ ਵਾਲੇ ਤਰਫ ਜੁੜ ਜਾਣ। ਇਸ ਕਰਕੇ ਵਰਤਮਾਨ ਦੀ ਸੰਭਾਲ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਛੈ ਕਛੂ ਨਾ ਹੋਏਗਾ, ਜੋ ਸਿਰ ਭਰ ਆਵੈ ਕਾਲ। ਤਾਂ ਕਹਿੰਦੇ ਮੁੜ ਕੇ ਨਹੀਂ ਇਹ ਹਵਾਲਾ ਕਹਿ ਸਕਦਾ ਕਿ ਮੈਨੂੰ ਸਮਾਂ ਨਹੀਂ ਪ੍ਰਾਪਤ ਹੋਇਆ। ਇਸ ਕਰਕੇ ਨੁਕਤਾ ਆਰੰਭ ਕੀਤਾ ਸੀ ਜੀਵਨ ਦੀ। ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ, ਮੈਂ ਰੋਜ਼ਾਨਾ ਸੁਣਦਾ ਕੀਰਤਨ ਦੇ ਵਿੱਚ, ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹਿ ਗਿਆ ਹਾਰੀ ਹੈ। ਜਿਹੜੀ ਕਲਾ ਸਾਡੇ ਕੋਲੋਂ ਜੀਵਨ ਦੀ ਹੈ ਉਹ ਹਰਾਉਣ ਵਾਲੀ ਹੈ, ਸਾਰੀ ਜਿਤਾਉਣ ਵਾਲੀ ਕਿਸੇ ਦੀ ਨਹੀਂ ਹੈਗੀ, ਕਿਉਂਕਿ ਸੰਸਾਰਕ ਅਰਥਾਂ ਵਾਲੀ ਹੈ। ਕਿਉਂਕਿ ਸੰਸਾਰਕ ਅਰਥਾਂ ਵਾਲੀ ਕੀ ਹੈ? ਸੰਸਾਰ ਕਹਿੰਦਾ ਸਾਰਾ ਤਾਣ ਇੱਧਰਲੇ ਪਾਸੇ ਲੱਗਾ ਅਤੇ ਸੰਸਾਰ ਦੇ ਵੱਲ ਲੱਗਿਆ ਬੰਦਾ ਹੀ ਮਲੀਨ ਹੁੰਦਾ। ਗੁਰਬਾਣੀ ਜਿਹਦਾ ਵਾਕ ਹੁੰਦਾ ਨਾ, ਬਾਬਾ ਬਿਖ ਦੇਖਿਆ ਸੰਸਾਰ, ਤਾਂ ਉਹਦਾ ਭਾਵ ਕੀ ਹੈ ਕਿ ਭਾਵੇਂ ਬੜੀਆਂ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਪਰ ਅੰਤਰੀਵ ਖਾਲੀ ਰਿਹਾ। ਇਸ ਪ੍ਰਕਾਰ ਇੱਕ ਮੈਂ ਪਿੱਛੇ ਜੇ ਕੋਈ ਨਾਵਲਕਾਰ ਸੀ, ਉਹਨੇ ਲਿਖਿਆ, ਉਹਨੇ ਨਾਵਲ ਦੇ ਅੰਤਮ ਦੇ ਵਿੱਚ ਲਿਖਿਆ, ਕਹਿੰਦਾ ਮੈਨੂੰ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਅਹਿਸਾਸ ਹੋਇਆ ਕਿ ਮੈਂ ਰਾਜਾ ਪੈਦਾ ਹੋਇਆ ਸਾਂ ਤਾਂ ਮਜ਼ਦੂਰ ਬਣ ਕੇ ਇਸ ਦੁਨੀਆ ਤੋਂ ਜਾ ਰਿਹਾ ਹਾਂ। ਮਰਨ ਸਮੇਂ ਕਹਿੰਦਾ ਇੰਨਾ ਜ਼ਿਆਦਾ ਬੇਗਾਨਾ ਹੋ ਗਿਆ, ਜਿਹੜਾ ਕੋਈ ਇੱਕ ਅੱਧ ਗਹਿਣਾ ਮੇਰੇ ਸਰੀਰ ਉੱਪਰ ਸੀ ਉਹਦੀ ਵੀ ਲਾਲਸਾ ਰੱਖ ਛੱਡੀ ਕਿ ਜਦੋਂ ਮਰੇਗਾ ਉਦੋਂ ਉਤਾਰ ਲਵਾਂਗੇ। ਕਹਿੰਦਾ ਇੰਨਾ ਜ਼ਿਆਦਾ ਮਜ਼ਦੂਰ ਹੋ ਕੇ ਇਸ ਦੁਨੀਆ ਤੋਂ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਛੈ ਕਛੂ ਨਾ ਹੋਏਗਾ। ਇਸ ਕਰਕੇ ਹੁਣ ਵੇਖੋ, ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਬੱਚਾ ਸਕੂਲੇ ਪਾਉਣਾ ਕਿਸੇ ਨੇ 10 ਸਾਲ ਦਾ ਪਾਇਆ ਕਦੀ? ਯਤਨ ਕਰਦੇ ਨੇ ਕਿ 1.5 ਸਾਲ ਦਾ ਹੀ ਚੱਲ ਜੇ, ਪਹਿਲਾਂ ਉਹਨੂੰ ਕਿੱਜੀ ਭੇਜ ਦਿਓ, ਪਲੇ ਪੈਨ ਭੇਜ ਦਿਓ, ਅੱਗੇ ਹੌਲੀ ਹੌਲੀ। ਸਾਡੇ ਸਮੇਂ ਚਲੋ ਹੋਰ ਸੀ, 5ਵੀਂ 4-5 ਸਾਲ 'ਚ ਸੀ, ਹੁਣ ਤਾਂ ਉਹਨੂੰ 1.5 ਸਾਲ 'ਚ ਹੀ ਭੇਜਣਾ ਸ਼ੁਰੂ ਕਰ ਦਿੰਦੇ ਨੇ, ਵੀ ਬੈਠਣਾ ਆ ਜੇ ਕਈ ਗੱਲਾਂ। ਜੇ ਇੱਕ ਦੁਨਿਆਵੀ ਤੌਰ 'ਤੇ ਪੜ੍ਹੇ ਲਿਖੇ ਬਣਨ ਦੇ ਲਈ ਸਾਧਨਾ 2-2.5 ਸਾਲ 'ਚ ਸ਼ੁਰੂ ਹੋ ਜਾਂਦੀ ਹੈ, ਅਤੇ ਜਿਹੜੇ ਗੁਰੂ ਦੇ ਸ਼ਬਦ ਦੀ ਕਾਰ ਕਮਾਉਣੀ ਹੈ ਇਹ 40 ਸਾਲ ਜਾਂ 50 ਸਾਲ 'ਚ ਕਿਉਂ? ਇਹਦਾ ਉੱਤਰ ਜਾਂ ਤਾਂ ਬੰਦਾ ਬਣਾ ਕੇ ਲਿਆਵੇ, ਪਰ ਇਹਦਾ ਹੈ ਨਹੀਂ ਉੱਤਰ। ਜੇ ਕੋਈ ਕਾਰੋਬਾਰ ਦੇ ਤੌਰ 'ਤੇ ਸੰਪੰਨ ਹੋਣਾ ਹੈ, ਉਹਦੇ ਲਈ ਵੀ ਜੋਬਨ ਅਵਸਥਾ, ਜਵਾਨੀ, ਅਤੇ ਜੇ ਅਧਿਆਤਮਿਕਤਾ ਜਿਹੜੀ ਜ਼ਿਆਦਾ ਵਿਖਮ ਹੈ, ਜਿਹਦਾ ਬਾਹਰੋਂ ਕੁਝ ਵੀ ਸਮਝ ਨਹੀਂ ਆਉਣਾ, ਸਾਰਾ ਅੰਤਰੀਵ ਹੈ, ਔਰ ਉਹ ਵੀ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਬੰਦੇ ਨੇ ਮਾਇਆ ਪ੍ਰਾਪਤ ਕਰਨੀ ਹੈ, ਮੰਨ ਲਓ ਉਹਨੇ 1 ਲੱਖ ਦਾ ਟੀਚਾ ਰੱਖ ਲਿਆ ਅਤੇ ਉਹਨੂੰ ਪਤਾ ਮੈਨੂੰ ਰੋਜ਼ ਦਾ 500 ਪ੍ਰਾਪਤ ਹੋ ਰਿਹਾ, ਯਕੀਨਨ 1-2 ਸਾਲ 'ਚ ਉਹਦਾ ਪੂਰਾ ਹੋ ਜਾਏਗਾ। ਪਰ ਅਧਿਆਤਮਿਕਤਾ 'ਚ ਐਂ ਨਹੀਂ ਚੱਲਦਾ। ਅੱਜ ਉਪਦੇਸ਼ ਸੁਣਿਆ, ਕੱਲ੍ਹ ਭੁੱਲ ਜਾਂਦਾ, ਕਰਮ ਫੇਰ ਭਟਕ ਜਾਂਦਾ। ਅੱਜ 10 ਦਿਨ ਦਾ ਨੇਮ ਬਣਿਆ, ਉਹ ਥੋੜ੍ਹਾ ਜਿਹਾ ਕੋਈ ਹਾਲਾਤ ਉਲਟ ਪੁਲਟ ਬਣ ਗਿਆ, ਫਿਰ ਅਵਸਥਾ ਟੁੱਟ ਗਈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਛੈ ਕਛੂ ਨਾ ਹੋਏਗਾ, ਜੋ ਸਿਰ ਭਰ ਆਵੈ ਕਾਲ। ਕਿਉਂਕਿ ਕਹਿੰਦੇ ਕਾਲ ਤੈਨੂੰ ਹਰ ਵੇਲੇ ਚੇਤਾ ਕਰਾ ਰਿਹਾ ਹੈ, ਅਤੇ ਕਾਲ ਨੇ ਆਖਰੀ ਮਾਰ ਤੈਨੂੰ ਮਾਰਨੀ। ਮੈਂ ਸੂਫੀਜ਼ਮ ਦੇ ਵਿੱਚ ਗੱਲ ਪੜ੍ਹ ਰਿਹਾ ਸਾਂ, ਉਹਨੂੰ ਕਿਸੇ ਮਹਾਤਮਾ ਨੂੰ ਪੁੱਛਿਆ, ਕਹਿੰਦੇ ਮੌਤ ਕਿਉਂ ਆਉਂਦੀ ਹੈ? ਕੋਈ ਗਿਆਨ ਵਾਲੇ ਅਰਥ ਦੱਸੋ, ਮੌਤ ਕਿਉਂ ਆਉਂਦੀ ਹੈ? ਅਸੀਂ ਤਾਂ ਸਮਝਦੇ ਨਾ ਵੀ ਮੌਤ ਵੀ ਸਵਾਸ ਮੁੱਕ ਮੌਤ ਆਉਂਦੀ ਹੈ। ਉਹ ਸੂਫੀ ਫਕੀਰ ਨੇ ਜਵਾਬ ਦਿੱਤਾ, ਕਹਿੰਦਾ ਮੌਤ ਦੇ ਆਉਣ ਦੇ 2 ਕਾਰਨ ਨੇ। ਕਹਿੰਦਾ ਜਿਹੜੇ ਸੰਸਾਰੀ ਨੇ ਉਹਨਾਂ ਕੋਲੋਂ ਦੁਨਿਆਵੀ ਬੰਧਨ, ਪਦਾਰਥਾਂ ਦੇ ਆਕਰਸ਼ਣ, ਮਾਇਆ ਦੇ ਰਸਕਸ਼ ਛੁੱਟ ਨਹੀਂ ਰਹੇ ਹੁੰਦੇ, ਅਤੇ ਫਿਰ ਮੌਤ ਉਹਨਾਂ ਦੀ ਆਤਮਾ ਨੂੰ ਚੈਨ ਦੇਣ ਦੇ ਲਈ ਉਹਨਾਂ ਦੇ ਸਰੀਰ ਨੂੰ ਨਾਸ਼ ਕਰਦੀ ਹੈ ਕਿ ਘੱਟੋ ਘੱਟ ਤੇਰੀ ਆਤਮਾ ਨੂੰ ਚੈਨ ਆ ਜਾਏ। ਇਸ ਕਰਕੇ ਕਹਿੰਦਾ ਮਨਮੁੱਖਾਂ ਦੇ ਲਈ ਮੌਤ ਜਿਹੜੀ ਹੈ ਉਹ ਦਾਈ ਦੇ ਵਾਂਗ ਆਉਂਦੀ, ਜਿਹੜੀ ਮਤਲਬ ਇੱਕ ਕਸਾਈ ਵਾਂਗ ਆਉਂਦੀ। ਸੱਚ ਕਹਿੰਦਾ ਜਿਹੜੇ ਜੀਵਨ ਦੇ ਵਿੱਚ ਜਿਨ੍ਹਾਂ ਨੇ ਬੜਾ ਕੁਝ ਕਮਾ ਲਿਆ ਹੈ, ਬੰਦਗੀ ਦਾ ਧਨ ਕਮਾ ਲਿਆ, ਗੁਰੂ ਕੀ ਦੱਸੀ ਹੋਈ ਕਾਰ ਦੇ ਅਨੁਸਾਰ ਚੱਲ ਰਹੇ ਨੇ, ਉਹਨਾਂ ਲਈ ਮੌਤ ਤਾਂ ਆਉਂਦੀ ਹੈ। ਉਹ ਕਹਿੰਦੇ ਆ ਕਿ ਅਸੀਂ ਇਸ ਦੇਹ ਤੋਂ ਵੱਡਾ ਜੀਵਨ ਪ੍ਰਾਪਤ ਕਰ ਲਿਆ ਹੈ, ਇਸ ਕਰਕੇ ਸਾਨੂੰ ਹੁਣ ਇਹ ਦੇਹ ਦਾ ਜਿਹੜਾ ਆਕਾਰ ਹੈ ਇਹ ਵੀ ਕੈਦ ਲੱਗਦਾ ਹੈ। ਇਸ ਕਰਕੇ ਕਹਿੰਦਾ ਉਹਨਾਂ ਨੂੰ ਤਾਂ ਮੌਤ ਆਉਂਦੀ ਹੈ ਕਿ ਦੇਹ ਦੇ ਆਕਾਰ ਤੋਂ ਛੱਡ ਕੇ ਉਹਨਾਂ ਨੂੰ, ਮਤਲਬ ਇਹ ਸਰੀਰ ਦੇ ਪਿੰਜਰੇ 'ਚੋਂ ਕੱਢ ਕੇ ਉਹਨਾਂ ਦੇ ਆਤਮਾ ਦੇ ਪੰਛੀ ਨੂੰ ਖੁੱਲ੍ਹੇ ਆਕਾਸ਼ ਵਿੱਚ ਜਿਹੜੀਆਂ ਉਡਾਰੀਆਂ ਲਵਾਉਣ ਦੇ ਲਈ ਮੌਤ ਆਉਂਦੀ। ਇਹ 2 ਨੁਕਤੇ ਕਿੱਡੇ ਕਮਾਲ ਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਸਿਰ ਭਰ ਆਵੈ ਕਾਲ। ਤਾਂ ਇਸ ਕਰਕੇ ਕਦੀ ਵੀ ਹਵਾਲਾ ਕੱਲ੍ਹ ਦਾ ਨਹੀਂ ਬਣਾਉਣਾ ਚਾਹੀਦਾ। ਕਈਆਂ ਨੂੰ ਨਿੱਜੀ ਪ੍ਰੇਰਣਾ ਕੀਤੀ ਹੈ, ਜਦੋਂ ਦਾ ਮਹਾਂਮਾਰੀ ਦਾ ਪ੍ਰਭਾਵ ਚੱਲ ਰਿਹਾ, ਇੰਨੇ ਕੀ ਕਹਿ ਸਕਦੇ ਕਮਬਖਤ ਨੇ ਕਿ ਬਾਰ-ਬਾਰ ਕੱਲ੍ਹ ਦਾ ਹਵਾਲਾ ਚੱਲਦਿਆਂ ਚੱਲਦਿਆਂ ਅੱਜ ਸਾਲ ਪੂਰਾ ਬੀਤ ਗਿਆ। ਤਾਂ ਉਹ ਕੀ ਕਮਾਇਆ? ਜਾਂ ਤਾਂ ਬੰਦਾ ਦੱਸ ਦੇਵੇ ਘਰ ਰੱਖ ਕੇ ਕੀ ਕਮਾਇਆ, ਕੋਈ ਹਵਾਲਾ ਤਾਂ ਦੱਸੇ। ਘਰੇ ਰਹਿ ਕੇ ਵੱਧ ਤੋਂ ਵੱਧ ਚਿੰਤਾ ਹੀ ਹੋਏਗੀ, ਅਤੇ ਜੇ ਵੱਧ ਤੋਂ ਵੱਧ ਸਾਵਧਾਨੀ ਹੋਏਗੀ, ਹੋਰ ਤਾਂ ਕੁਝ ਨਹੀਂ ਕਮਾਇਆ, ਕਿਉਂਕਿ ਕਾਰੋਬਾਰ ਵੀ ਬੰਦ ਸਨ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਸਿਰ ਭਰ ਆਵੈ ਕਾਲ। ਇਹ ਨਾ ਕਿਤੇ ਹੋਵੇ ਕਿ ਤੂੰ ਸਮਝਦਾ ਰਹੇ ਕਿ ਜੀਵਨ ਕਦੋਂ ਵੀ ਹੈ। ਇਸ ਕਰਕੇ ਜੋ ਤੇਰੇ ਕੋਲ ਹੈ ਉਹਦੀ ਸੰਭਾਲ ਕਰ, ਉਹਨੂੰ ਗੁਰੂ ਸ਼ਬਦ ਦੇ ਗੁਰਬਾਣੀ 'ਚ ਵਾਕ ਆਉਂਦਾ ਨਾ, ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਕਿ ਜਿਨ੍ਹਾਂ ਨੇ ਸੱਚ ਦੀ ਰਾਸ ਪੱਲੇ ਬੰਦੀ
ਉਹਨਾਂ ਨੇ ਸਵਾਰਿਆ। ਜਿਨ੍ਹਾਂ ਨੇ ਦੁਨਿਆਵੀ ਰਾਸ ਪੱਲੇ ਬੱਧੀ, ਉਹਨਾਂ ਦੇ ਆਖਰ ਸਮੇਂ ਝੋਰੇ ਸਨ, ਆਖਰ ਸਮੇਂ ਭੈ ਭੀਤ ਸਨ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਚੇਤਨ ਕਰਦੇ ਹਨ ਕਿ ਜੀਵਨ ਬੜਾ ਅਮੋਲਕ ਹੈ, ਇਹਨੂੰ ਹੁਣੇ ਹੀ ਜਾਗਣ ਦਾ ਵੇਲਾ। ਇਸ ਕਰਕੇ ਵੀ ਕਹਾਂ, ਜਦੋਂ ਜਾਗੋ ਉਦੋਂ ਸਵੇਰਾ। ਇਸ ਕਰਕੇ ਜੇ ਅੱਜ ਸੂਝ ਆਈ ਹੈ ਤੇ ਕਿਸੇ ਕਰਮ ਦੀ ਨਿਰੰਤਰਤਾ ਨੂੰ ਧਾਰਨ ਕਰੀਏ, ਗੁਰੂ ਕੀ ਕਾਰ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਕੇ ਤੇ ਉਹਦੀ ਪ੍ਰਾਪਤੀ ਦੇ ਲਈ ਜਿੰਨੇ ਯਤਨ ਹਨ ਉਹਨਾਂ ਸਾਰਿਆਂ ਨੂੰ ਸਹਾਇਕ ਬਣਾ ਕੇ ਕੋਈ ਜੀਵਨ ਦੀ ਐਸੀ ਯਾਤਰਾ ਕਰੀ। ਗੁਰਬਾਣੀ 'ਚ ਨਾ ਇੱਕ ਵਾਕ ਆਉਂਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਿਸ ਪ੍ਰਕਾਰ ਕਿ ਜਿਨ੍ਹਾਂ ਨੂੰ ਜੀਵਨ ਯਾਤਰਾ ਦਾ ਸਮਾਂ ਪ੍ਰਾਪਤ ਹੋਇਆ, ਠੀਕ ਢੰਗ ਦੇ ਨਾਲ ਕੀਤੀ ਤੇ ਆਖਰ ਨੂੰ ਮੁੜਨ ਲੱਗਿਆ ਕੋਈ ਮੁਸ਼ਕਿਲ ਨਾ ਆਈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਗੁਰੂ ਕੀ ਦੱਸੀ ਹੋਈ ਕਾਰ ਨੂੰ ਕਮਾਉਣ ਦੀ ਪ੍ਰੇਰਨਾ, ਚਾਅ, ਉਦਮ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਪੈਦਾ ਹੋਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ